ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਹੈ ਬਿਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ਼੍ਰੀ ਸਤਿਗੁਰ ਪੂਰਨ ਪੁਰਖ ਦੇ ਦਿਜ ਕੋ ਦੀਨਾਰ ਗੁਰਮਤ ਦੇ ਰੁਖ ਸਦ ਕਰਿਓ ਗਮਨਿਓ ਨਗਰ ਮਝਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਜਗਤ ਗੁਰੂ ਆਦ ਗੁਰੂ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ जुड़ बैठी बहुत ही सन्मानयोग सत्कारयोग गुरु की साजी और नवाजी हुई गुरु खालसा साध संगत जियो तंता दे पात्र हो पिछले पैरां दे सजे हुए दीवाना च हाजरियां भर के नतमस्तक हो के अपने जीवन दियां घड़ियां गुरु लेखे ला के सफला कर रहे और गुरु की खुशियां प्राप्त कर रहे। कलगीधर पंथ दे वाली सतगुरु श्री गुरु गोबिंद सिंह साहब जी महाराज गुरुदेव दी पावन अमृतमयी कथा लता प्रति बहुत ही प्रेम सहित सत्कार सहित आप जी सरवण कर दे। कलगियां वाले पातशाह
ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਨੌਹਰ ਪਿੰਡ ਆਏ ਹਨ। ਇੱਥੇ ਆ ਕੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਨੌਹਰ ਪਿੰਡ ਦੇ ਰਹਿਣ ਵਾਲੇ ਇੱਕ ਪੰਡਤ ਕਿਸ਼ਨ ਲਾਲ ਜੀ ਸਤਿਗੁਰਾਂ ਨੂੰ ਆ ਕੇ ਮਿਲੇ ਹਨ। ਔਰੰਗਜ਼ੇਬ ਬਾਦਸ਼ਾਹ ਦੇ ਬਾਬਤ ਉਹਦੇ ਨਾਲ ਵਿਚਾਰਾਂ ਹੋਈਆਂ। ਪੰਡਤ ਜੀ ਭਾਵੇਂ ਕਿ ਸਾਧਕ ਸਨ, ਪਰ ਆਤਮਿਕ ਗਿਆਨ ਦੀ ਪ੍ਰਾਪਤੀ ਨਹੀਂ ਸੀ। ਆਤਮਿਕ ਗਿਆਨ ਦੀ ਉਹ ਅਵਸਥਾ ਗੁਰੂ ਕਲਗੀਧਰ ਜੀ ਦੇ ਪਾਸੋਂ ਪੰਡਤ ਕਿਸ਼ਨ ਲਾਲ ਜੀ ਨੇ ਪ੍ਰਾਪਤ ਕੀਤੀ। ਕੁਝ ਵਾਰਤਾਲਾਪ ਹੋਈ, ਬਚਨ ਵਿਲਾਸ ਹੋਏ। ਉਹ ਕਥਾ ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਕੱਲ ਦੇ ਪ੍ਰਕਰਣ 'ਚ ਸਰਵਣ ਕੀਤੀ। ਨੌਹਰ ਪਿੰਡ ਵਿੱਚ ਸਤਿਗੁਰੂ ਜੀ ਬਿਰਾਜਮਾਨ ਹਨ। ਇੱਥੇ ਕੁਝ ਚੋਜ ਵਰਤੇ ਨੇ, ਸਤਿਗੁਰਾਂ ਦੀ ਕਲਾ ਵਰਤੀ ਹੈ, ਜਿਹਨੂੰ ਸੁਤੇ ਕਲਾ ਕਹਿੰਦੇ ਹਨ। ਸੁਭਾਵਕ ਸਤਿਗੁਰੂ ਜੀ ਨੇ ਕਿਤੇ ਮਿੱਥ ਕੇ ਕੋਈ ਕਰਾਮਾਤ ਨਹੀਂ ਵਿਖਾਈ ਕਿਸੇ ਦੀ ਪ੍ਰਸੰਨਤਾ ਨੂੰ ਪ੍ਰਾਪਤ ਕਰਨ ਲਈ। ਗੁਰਦੇਵ ਦੀ ਕਲਾ ਸਤਿਗੁਰਾਂ ਦੇ ਨਾਲ ਸੁਤੇ ਹੀ ਵਰਤਦੀ ਹੈ, ਸੁਭਾਵਕ ਹੀ ਵਰਤਦੀ ਹੈ। ਆਓ ਕਲਗੀਆਂ ਵਾਲੇ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਹਾਜ਼ਰੀ ਲਵਾਉਣ ਨਵੇਂ ਤਾਕੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਸ੍ਰੀ ਸਤਿਗੁਰ ਪੂਰਨ ਪੁਰਖ ਦੇ ਦਿਜ ਕੋ ਦੀਨਾਰ। ਸਤਿਗੁਰੂ ਗੁਰੂ ਕਲਗੀਧਰ ਜੀ ਪੂਰਨ ਪੁਰਖ ਵਿਧਾਤੇ ਹਨ। ਪੂਰਨ ਪੁਰਖ ਪੰਡਤ ਕਿਸ਼ਨ ਲਾਲ ਜੀ ਸਤਿਗੁਰਾਂ ਦੇ ਚਰਨਾਂ 'ਚ ਬੈਠੇ ਨੇ। ਮਹਾਰਾਜ ਜੀ ਨੇ, ਕਿਉਂਕਿ ਪੰਡਤ ਦਾਨ ਲੈਣ ਵਾਸਤੇ ਵੀ ਗੁਰੂ ਚਰਨਾਂ ਵਿੱਚ ਸੀ। ਗੁਰੂ ਕਾ ਸਿੱਖ ਵੀ ਹੈ, ਸੇਵਕ ਵੀ ਹੈ, ਅਭਿਆਗਤ ਵੀ ਹੈ। ਇਹਨੂੰ ਕੁਝ ਅਸ਼ਰਫੀਆਂ ਮਹਾਰਾਜ ਗੁਰੂ ਕਲਗੀਧਰ ਜੀ ਨੇ ਦਾਨ ਵਜੋਂ ਦੇ ਕੇ ਕਿਰਤਾਰਥ ਕੀਤਾ ਹੈ। ਗੁਰਮਤ ਦੇ ਰੁਖ ਸਦ ਕਰਿਓ, ਗਮਨਿਓ ਨਗਰ ਮਜਾਰ। ਔਰ ਪੰਡਤ ਜੀ ਨੂੰ, ਕਿਸ਼ਨ ਲਾਲ ਜੀ ਨੂੰ ਸਤਿਗੁਰਾਂ ਨੇ ਗੁਰਮਤ ਵੀ ਦੇ ਕੇ ਨਿਹਾਲ ਕੀਤਾ। ਗੁਰੂ ਕੀ ਮਤ ਸਤਿਗੁਰਾਂ ਨੇ ਆਪਣੀ ਮਤ ਦੇ ਕੇ ਇਹਨੂੰ ਕਿਰਤਾਰਥ ਕੀਤਾ ਹੈ ਔਰ ਨਿਹਾਲ ਕਰਕੇ ਇਹਨੂੰ ਨਗਰ ਦੇ ਵਿੱਚ ਟੋਰਿਆ ਹੈ। ਚੌਪਈ ਦਿਨ ਕੋ ਤ੍ਰਿਤੀ ਜਾਮ ਜਬ ਹੋਇਓ। ਸਵੇਰ ਦੇ ਸਮੇਂ ਮਹਾਰਾਜ ਜੀ ਇੱਥੇ ਉਤਰੇ ਸਨ। ਦਿਨ ਦਾ ਤੀਜਾ ਪਹਿਰ ਜਿਸ ਵਕਤ ਹੋਇਆ, ਸੋਚ ਇਸ਼ਨਾਨ ਪਲੇ ਤਬ ਕੀਨ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਤੀਸਰੇ ਪਹਿਰਾ, ਜਿਹੜਾ ਸਮਾਂ ਪਿੱਛੇ ਥੋੜਾ ਜਿਹਾ ਪਹਿਲਾਂ ਲੰਘ ਕੇ ਗਿਆ, ਤੀਸਰੇ ਪਹਿਰ ਸ਼ਰਦਾਈ ਮਹਾਰਾਜ ਜੀ ਛਕਦੇ ਹਨ। ਸੇਵਾਦਾਰ ਸਲੋਤਰ ਸੁਨਹਿਰਾ ਲੈ ਕੇ ਰਗੜਾ ਲਾਉਂਦੇ ਐ, ਸ਼ਰਦਾਈ ਬਣਦੀ ਹੈ। ਉਹ ਗਰੀਬ ਨਵਾਜ ਸਾਹਿਬ ਜੀ ਨੇ ਛਕੀ ਹੈ। ਮੁੜ ਕੇ ਸੁਚੇਤੇ ਗਏ ਨੇ, ਸਰੀਰ ਦੀ ਕਿਰਿਆ ਸੋਧੀ ਹੈ ਔਰ ਇਸ਼ਨਾਨ ਪਾਨ ਕੀਤੇ ਹਨ। ਕੇਸ਼ ਸੁਧਾਰ ਜੂੜ ਕੋ ਕਰਿਓ। ਮਹਾਰਾਜ ਜੀ ਪਲੰਗੇ ਤੇ ਆਣ ਕੇ ਬਿਰਾਜੇ ਨੇ, ਇਸ਼ਨਾਨ ਪਾਨ ਕਰਕੇ ਤੇ ਕੇਸਾਂ 'ਚ ਕੰਘਾ ਫੇਰਿਆ। ਮਹਾਰਾਜ ਜੀ ਦੇ ਕੇਸ ਬੜੇ ਹੀ ਸੁੰਦਰ ਗੁਰੂ ਕਲਗੀਧਰ ਜੀ ਦੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਮਹਾਰਾਜ ਜੀ ਦੇ ਦੁਮਾਲੇ ਵਿੱਚੋਂ, ਦਸਤਾਰ ਵਿੱਚੋਂ ਨਾ ਕੇਸਾਂ ਦੀ ਇੱਕ ਲੱਟ ਆਪਰੁਪੜੀ ਦੇ ਕੋਲੋਂ ਬਾਹਰ ਨਿਕਲੀ ਵੇਖੀ। ਇੱਕ ਲੱਟ ਛੋਟੀ ਜੀ ਉਹ ਨਿਕਲੀ ਵੇਖੀ ਤੇ ਭਾਈ ਨੰਦ ਲਾਲ ਸਾਹਿਬ ਵੇਖ ਕੇ ਉਸ ਲੱਟ ਨੂੰ ਬੜੀ ਸੁੰਦਰ ਕਾਲੇ ਸ਼ਾਹ ਕੇਸ ਨੇ ਸਤਿਗੁਰਾਂ ਦੇ। ਤੇ ਭਾਈ ਸਾਹਿਬ ਕਹਿੰਦੇ, ਮਹਾਰਾਜ ਤੁਹਾਡੀ ਇਸ ਲੱਟ ਦੇ ਵਿੱਚ, ਕੇਸਾਂ ਦੀ ਇਸ ਜ਼ੁਲਫ ਦੇ ਵਿੱਚ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਦੇ ਸੁੱਖ ਬੱਧੇ ਹੋਏ ਹਨ। ਜਿਹੜਾ ਤੁਹਾਡੇ ਐਸੇ ਸਰੂਪ ਦੇ ਦਰਸ਼ਨ ਕਰਦਾ ਹੈ, ਉਹਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਂਦਾ।
ਦੇਨ ਦੁਨੀਆ ਦਰ ਕਮੰਦੇ ਆਫਰੀ ਰੁਖ ਸਾਰੇ ਮਾ। ਮਹਾਰਾਜ ਜੀ ਦੇ ਸੋਹਣੇ ਸਰੂਪ ਦੀ ਐਸੀ ਉਪਮਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਰਦੇ। ਗਰੀਬ ਨਵਾਜ ਜੀ ਪਲੰਗੇ ਤੇ ਬੈਠੇ ਨੇ, ਚੌਂਕੜਾ ਸਜਾਇਆ ਹੋਇਆ ਸਤਿਗੁਰਾਂ ਦਾ, ਕੇਸਾਂ ਦੇ ਵਿੱਚ ਮਹਾਰਾਜ ਜੀ ਕੰਘਾ ਫੇਰਦੇ ਹਨ। ਕੰਘਾ ਫੇਰ ਕੇ ਸੋਹਣਿਆ ਕੇਸਾਂ ਦਾ ਗਰੀਬ ਨਵਾਜ ਜੀ ਨੇ ਜੂੜਾ ਸੁਧਾਰਿਆ, ਯਾਨੀ ਕਿ ਕੇਸਾਂ ਦਾ ਜੂੜਾ ਕੀਤਾ ਹੈ। ਸੁੰਦਰ ਸ਼ਮਸ ਸੋ ਕੰਗਾ ਫਿਰਿਓ। ਕੇਸਾਂ ਦਾ ਜੂੜਾ ਕਰਕੇ ਨਾ ਫਿਰ ਕੰਘਾ ਮਹਾਰਾਜ ਜੀ ਦਾੜੇ 'ਚ ਫੇਰਦੇ ਆ। ਕਲਗੀਧਰ ਜੀ ਵੇਖੋ ਭਾਈ ਸਾਹਿਬ ਦਰਸ਼ਨ ਕਰਕੇ ਲਿਖ ਰਹੇ ਨੇ ਨਾ ਮਹਾਰਾਜ ਜੀ ਦੇ ਸੋਹਣੇ ਸਰੂਪ ਦੇ। ਜੋ ਜੋ ਕਰ ਰਹੇ ਨੇ ਉਹ ਭਾਈ ਸਾਹਿਬ ਨੂੰ ਦਿਸ ਰਿਹਾ। ਤੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਇਨ ਬਿਨ ਉਸੇ ਤਰ੍ਹਾਂ ਹੀ ਲਿਖ ਰਹੇ ਨੇ। ਕਹਿੰਦੇ ਕੇਸਾਂ ਦਾ ਜੂੜਾ ਕਰਕੇ ਫਿਰ ਉਹ ਕੰਘਾ ਜਿਹੜਾ ਮਹਾਰਾਜ ਜੀ ਆਪਣੇ ਦਾੜੇ ਵਿੱਚ ਫੇਰਦੇ ਆ ਤੇ ਦਾੜੇ ਨੂੰ ਵੀ ਕੰਘੇ ਦੇ ਨਾਲ ਸੁਧਾਰਦੇ ਹਨ। ਪੇਚ ਬੰਦੇਜ ਅਨੂਠੇ ਪੱਗ ਹੈ। ਅਨੂਠੀ ਦਸਤਾਰ, ਬੜਾ ਸੋਹਣਾ ਦਸਤਾਰਾ ਮਹਾਰਾਜ ਜੀ ਸੀਸ ਤੇ ਸਜਾਉਂਦੇ ਆ। ਉਹਦਾ ਕੱਲਾ ਕੱਲਾ ਪੇਚ ਲਾਉਂਦੇ ਆ ਸੁਧਾਰ ਸੁਧਾਰ ਕੇ। ਕੱਲਾ ਕੱਲਾ ਪੇਚ ਬੜਾ ਸਵਾਰ ਕੇ ਮਹਾਰਾਜ ਜੀ ਆਪਣੇ ਸੀਸ ਤੇ ਸਜਾਉਂਦੇ ਹਨ। ਜ਼ੇਵਰ ਜੋਤ ਜਵਾਹਰ ਜਗ ਹੈ। ਮਹਾਰਾਜ ਜੀ ਦੇ ਕੰਠ ਦੇ ਵਿੱਚ ਬੜੇ ਸੁੰਦਰ ਜ਼ੇਵਰਾਤ ਜਿਹੜੇ ਨੇ ਉਹ ਸ਼ੋਭਨੀਕ ਹੋ ਰਹੇ ਨੇ। ਉਹਨਾਂ ਦੀ ਜਿਹੜੀ ਜੋਤ ਹੈ, ਉਹਨਾਂ ਦਾ ਜਿਹੜਾ ਪ੍ਰਕਾਸ਼ ਹੈ ਉਹ ਜਗਮਗ ਕਰਦਾ ਹੈ। ਪਟ ਸੂਖਮ ਬਹੁ ਜਾਮਾ ਪਾਇਓ। ਮਹਾਰਾਜ ਜੀ ਨੇ ਬੜੇ ਸੂਖਮ ਧਾਗੇ ਦਾ ਬਣਿਆ ਜਿਹੜਾ ਚੋਲਾ ਹੈ, ਉਹ ਬੜੇ ਬਰੀਕ ਧਾਗੇ ਦਾ ਬੜਾ ਸੋਹਣਾ ਚੋਲਾ ਉਹ ਮਹਾਰਾਜ ਜੀ ਨੇ ਜਾਮਾ ਆਪਣੇ ਸਰੀਰ ਤੇ ਧਾਰਨ ਕੀਤਾ। ਤੇ ਵੱਡਾ ਚੋਲਾ ਸਤਿਗੁਰਾਂ ਦਾ, ਉਹਨੂੰ ਕਈ ਕਲੀਆਂ ਹਨ। ਜਿਸ ਮੈਂ ਸਭ ਸਰੀਰ ਚਲਕਾਇਓ। ਕਹਿੰਦੇ ਬੜਾ ਪਤਲੇ ਧਾਗੇ ਦਾ ਬਣਿਆ ਚੋਲਾ ਤੇ ਗਰਮੀਆਂ ਦੇ ਦਿਨ ਨੇ ਤੇ ਉਸ ਚੋਲੇ ਵਿੱਚ ਮਹਾਰਾਜ ਜੀ ਦਾ ਸਰੀਰ ਵੀ ਨਜ਼ਰ ਆਉਂਦਾ ਹੈ। ਇਤਨਾ ਬਰੀਕ ਧਾਗੇ ਦਾ ਬਣਿਆ ਹੋਇਆ ਉਹ ਚੋਲਾ, ਬੜਾ ਕੀਮਤੀ ਕੱਪੜਾ ਮਹਾਰਾਜ ਜੀ ਨੇ ਚੋਲਾ ਸਰੀਰ ਤੇ ਧਾਰਨ ਕੀਤਾ ਹੋਇਆ ਹੈ। ਖੜਗ ਬਿਲੰਦ ਗਰੇ ਮਹਤਾਰਾ। ਉਹ ਵੱਡਾ ਤੇਗਾ, ਖੜਗ ਦਾ ਇੱਥੇ ਮਤਲਬ ਹੈ ਤੇਗਾ। 4 ਉਂਗਲਾਂ ਤੋਂ ਵੀ ਚੌੜਾ ਖੱਪਰਾ ਜਿਹੜਾ ਤੇਗਾ ਹੁੰਦਾ ਹੈ, ਉਹ ਵੱਡਾ ਤੇਗਾ ਸਤਿਗੁਰੂ ਜੀ ਨੇ ਆਪਣੇ ਗਾਤਰੇ ਵਿੱਚ ਧਾਰਨ ਕੀਤਾ। ਧਾਰਾ ਖਰ ਲਗ ਹੇਮ ਸੁਧਾਰਾ। ਔਰ ਇਹ ਤੇਗੇ ਦੀ ਧਾਰ ਜਿਹੜੀ ਹੈ ਨਾ ਬੜੀ ਤਿੱਖੀ ਧਾਰ ਵਾਲਾ ਤੇਗਾ। ਇਹਦੀ ਵੀ ਮਰੀ ਜੀ ਧਾਰ ਵਾਲੀ ਤਲਵਾਰ ਅੱਜ ਕੱਲ ਜਿਵੇਂ ਕਈ ਸਿੰਘ ਚੁੱਕੀ ਫਿਰਦੇ ਆ ਤੇ ਸ਼੍ਰੀ ਸਾਹਿਬ ਦੇ ਉੱਤੇ ਧਾਰ ਨਹੀਂ ਹੁੰਦੀ। ਆਮ ਕਰਕੇ ਲਾੜਿਆਂ ਦੇ ਹੱਥਾਂ ਵਿੱਚ ਜਿਹੜੀਆਂ ਸ਼੍ਰੀ ਸਾਹਿਬਾਂ ਵੇਖਣ ਨੂੰ ਮਿਲਦੀਆਂ ਉਹਨਾਂ ਦੀ ਤਾਂ ਉੱਕਾ ਹੀ ਕੋਈ ਧਾਰ ਨਹੀਂ ਹੁੰਦੀ। ਇਹ ਸ਼੍ਰੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘ ਦੇ ਗਾਤਰੇ ਸਜਾਈ ਹੈ। ਸਿੰਘ ਦੀ ਸਦਾ ਦੀ ਸਾਥਣ ਹੈ। ਸ਼੍ਰੀ ਸਾਹਿਬ ਸਿੰਘ ਦੀ ਸਦਾ ਦੀ ਸਾਥਣ ਹੈ। ਪ੍ਰਾਣ ਨਿਕਲਣ ਤੋਂ ਬਾਅਦ ਹੀ ਇਹਦੇ ਸਰੀਰ ਤੋਂ ਅਲੱਗ ਹੋਵੇ ਤਾਂ ਹੋਵੇ, ਜਦੋਂ ਤੱਕ ਸਰੀਰ 'ਚ ਪ੍ਰਾਣ ਚੱਲਦੇ ਨੇ ਭਗਉਤੀ ਸਿੰਘ ਦੇ ਗਾਤਰੇ ਵਿੱਚ ਸ਼ੋਭਦੀ ਹੈ। ਨਮੋ ਸ਼੍ਰੀ ਭਗਉਤੀ ਬੜੈਲੀ ਸਰੋਹੀ, ਕਰੇ ਇੱਕ ਤੇ ਦੁਐ ਸੁਪਟਾ ਹਾਥ ਸੋਹੀ। ਇਹ ਸਾਡੇ ਪੀਰ ਹਨ, ਇਹ ਸ਼ਸਤਰ ਸਾਡੇ ਪੀਰ ਹਨ। ਕੱਚੇ ਪਿੱਲੇ ਸਿੰਘਾਂ ਦੇ ਗਾਤਰੇ ਦੀਆਂ ਸ਼੍ਰੀ ਸਾਹਿਬਾਂ ਤੇ ਕਈ ਕਿੰਤੂ ਪਰੰਤੂ ਕਰਦੇ ਆ। ਹਿੰਦੁਸਤਾਨ ਦਾ ਸੰਵਿਧਾਨ ਬਣਨ ਵੇਲੇ ਬਕਾਇਦਾ ਤੌਰ ਤੇ ਸੰਵਿਧਾਨ ਦੇ ਵਿੱਚ ਇਹ ਪਾਸ ਕੀਤਾ ਗਿਆ ਕਿ ਸਿੰਘ ਦੇ ਗਾਤਰੇ 3 ਫੁੱਟੀ 3.5 ਫੁੱਟੀ ਅੰਮ੍ਰਿਤਧਾਰੀ ਸਿੱਖ ਦੇ ਗਾਤਰੇ ਸ਼੍ਰੀ ਸਾਹਿਬ ਪਾਉਣ ਦਾ ਹੱਕ ਹੈ ਉਹਨੂੰ। ਤੇ ਆ ਕੱਚੇ ਪਿੱਲੇ ਜਿਹੜੇ ਅੱਜ ਜੰਮੇ ਹਨ ਉਹ ਖਾਲਸੇ ਨੂੰ ਕਹਿੰਦੇ ਆ ਵੀ ਸਿੰਘਾਂ ਦੇ ਗਾਤਰੇ ਸ਼੍ਰੀ ਸਾਹਿਬਾਂ ਨਹੀਂ ਹੋਣੀਆਂ ਚਾਹੀਦੀਆਂ, ਤਲਵਾਰਾਂ ਨਹੀਂ ਹੋਣੀਆਂ ਚਾਹੀਦੀਆਂ। ਨਾ ਹੁੰਦੀਆਂ ਅਬਦਾਲੀ ਨੂੰ ਕੌਣ ਰੋਕਦਾ? ਇਹੀ ਤਲਵਾਰਾਂ ਵਾਲੇ ਰੋਕਦੇ ਰਹੇ ਆ ਨਾਦਰ ਨੂੰ, ਅਬਦਾਲੀ। ਖੈਰ ਮੇਰਾ ਵਿਸ਼ਾ ਨਹੀਂ ਇਸ ਪਾਸੇ ਦਾ। ਕਲਗੀਆਂ ਵਾਲੇ ਪਾਤਸ਼ਾਹ ਦੇ ਗਾਤਰੇ ਦੇ ਵਿੱਚ ਤੇਗਾ ਹੈ। ਭਾਈ ਸਾਹਿਬ ਕਹਿੰਦੇ ਤੇਗੇ ਦੇ ਉੱਤੇ ਤਿੱਖੀ ਧਾਰ ਹੈ, ਇੰਨੀ ਤਿੱਖੀ ਕਿ ਉੱਤੇ ਕੀੜੀ ਵੀ ਚੱਲੇ ਤੇ 2 ਹਿੱਸਿਆਂ 'ਚ ਵੰਡੀ ਜਾਏ। ਔਰ ਹੇਮ ਮੁਸ਼ਟ ਕਹਿੰਦੇ ਨੇ ਤਲਵਾਰ ਦੇ ਮੁੱਠੇ ਨੂੰ, ਹੇਮ ਕਹਿੰਦੇ ਨੇ ਸੋਨੇ ਨੂੰ,
ਤੇ ਸਤਿਗੁਰਾਂ ਦੇ ਗਾਤਰੇ ਜਿਹੜਾ ਤੇਗਾ ਉਹਦਾ ਜਿਹੜਾ ਮੁੱਠਾ ਹੈ ਉਹਦੇ ਉੱਤੇ ਸੋਨਾ ਚੜਿਆ ਹੋਇਆ, ਸੋਨੇ ਦੀ ਉੱਤੇ ਕਢਾਈ ਕੱਢੀ ਹੋਈ ਹੈ। ਭਰਿਓ ਖਤੰਗਨ ਸੰਗ ਨਿਖੰਗ, ਔਰ 4-4 ਉਂਗਲ ਚੌੜੇ ਖੱਪਰੇ ਤੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੱਥੇ ਦੇ ਵਿੱਚ ਨੇ, ਤੇ ਉਹ ਪੱਥਾ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੈ, ਮੋਢਿਆਂ ਤੇ ਧਾਰਨ ਕੀਤਾ ਹੈ। ਘਟ ਸੋ ਕਸਿਓ ਸੋ ਲਾਇਕ ਜੰਗ, ਪੱਥੇ ਦੀ ਜਿਹੜੀ ਪੇਟੀ ਹੁੰਦੀ ਹੈ ਉਹ ਪੇਟੀ ਚਮੜੇ ਦੀ ਮਹਾਰਾਜ ਜੀ ਨੇ ਆਪਣੀ ਲੱਕ ਦੇ ਨਾਲ ਕੱਸੀ ਹੈ, ਉਹਨੂੰ ਕਮਰ ਕੱਸੇ ਦੇ ਵਿੱਚ ਪੇਟੀ ਨੂੰ ਕੱਸਿਆ ਹੈ। ਤਨੂਕ ਕਠੋਰ ਹਾਥ ਮੈਂ ਲਇਓ, ਔਰ 9 ਟੰਕਾ ਕਠੋਰ ਧਨਕ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਦਸਤ ਕਮਲਾਂ ਵਿੱਚ ਪਕੜਿਆ। ਇਹਦੇ ਵਿੱਚੋਂ ਚਲਾਏ ਤੀਰ 4-4 ਕੋਹ ਤੱਕ ਮਾਰ ਕਰਦੇ ਨੇ। ਇੰਨਾ ਕਠੋਰ ਧਨਕ ਹੈ। ਉਹ ਧਨਕ ਮਹਾਰਾਜ ਜੀ ਦੇ ਪਵਿੱਤਰ ਹੱਥਾਂ ਵਿੱਚ ਸਤਿਗੁਰਾਂ ਨੇ ਧਾਰਨ ਕੀਤਾ ਹੈ। ਤਿਆਰ ਤੁਰੰਗ ਅਨਾਵਨ ਕਯੋ, ਸਤਿਗੁਰਾਂ ਦੇ ਸੇਵਾਦਾਰ ਨੇ ਘੋੜਾ ਤਿਆਰ ਕੀਤਾ, ਸ਼ਿੰਗਾਰਿਆ। ਘੋੜੇ ਤੇ ਵੀ ਕਾਠੀ ਪਾਈ, ਉਹਦੇ ਤੇ ਸੋਨੇ ਦੀ ਕਢਾਈ ਕੱਢੀ ਹੋਈ, ਕਾਠੀ ਦੇ ਉੱਤੇ ਸੋਹਣਾ ਦੁਸ਼ਾਲਾ ਪਾਇਆ ਹੋਇਆ, ਘੋੜੇ ਦੇ ਗਲ ਦੇ ਵਿੱਚ ਵੀ ਸੋਨੇ ਦੀਆਂ ਸੋਹਣੀਆਂ ਜੰਜੀਰੀਆਂ ਪਾਈਆਂ ਹੋਈਆਂ। ਉਹਨੂੰ ਵੀ ਸ਼ਿੰਗਾਰ ਕੇ ਐਨ ਰੀਝ ਨਾਲ ਸੇਵਾਦਾਰ ਮਹਾਰਾਜ ਜੀ ਦੇ ਕੋਲ ਲੈ ਕੇ ਆਇਆ। ਨਹਰ ਨਗਰ ਕੈ ਹੀਰਨ ਹੇਤ, ਸਤਿਗੁਰੂ ਜੀ ਘੋੜੇ ਦੇ ਲਾਗੇ ਆਏ, ਆਪਣੇ ਘੋੜੇ ਤੇ ਸਵਾਰ ਹੋਏ ਨੌਰ ਪਿੰਡ ਵੇਖਣ ਵਾਸਤੇ। ਨੌਰ ਬੜਾ ਵੱਡਾ ਸ਼ਹਿਰ ਸੀ ਉਹਨਾਂ ਦਿਨਾਂ ਵਿੱਚ, ਹੁਣ ਵੀ ਕਾਫੀ ਵੱਡਾ ਕਸਬਾ ਜਿਹਾ ਹੈ, ਪਰ ਉਹਨਾਂ ਵੇਲਿਆਂ ਵਿੱਚ ਬੜਾ ਵੱਡਾ ਵਿਸ਼ਾਲ ਨਗਰ ਸੀ। ਇਸ ਨਗਰ ਨੂੰ ਨੌਰ ਨੂੰ ਵੇਖਣ ਵਾਸਤੇ ਵੀ ਸੈਲ ਕਰਕੇ ਆਈਏ। ਜਿਵੇਂ ਆ ਸ਼ਾਮ ਜੇ ਦਾ ਸਮਾਂ ਸੀ, ਤੀਜੇ ਪਹਿਰ ਚੌਥੇ ਪਹਿਰ ਦਿਨ ਦੇ, ਮਹਾਰਾਜ ਜੀ ਘੋੜੇ ਤੇ ਸਵਾਰ ਹੋਏ। ਗਮਨੇ ਸਤਿਗੁਰ ਬਨੇ ਸੁਚੇਤ, ਸੁਚੇਤ ਹੋ ਕੇ ਸਾਵਧਾਨ ਹੋ ਕੇ ਸ਼ਸਤਰ ਧਾਰੀ ਹੋ ਕੇ ਗਏ। ਕੇਤਿਕ ਸਿੰਘ ਪਦਾੰਤੀ ਸਾਥ, ਸਤਿਗੁਰੂ ਜੀ ਦੇ ਨਾਲ ਕਈ ਸਿੰਘ ਜਿਹੜੇ ਪੈਦਲ ਉਹ ਚੱਲ ਪਏ। ਜਾਏ ਪ੍ਰਵੇਸ਼ੇ ਪੁਰ ਮਹਨਾਥ, ਔਰ ਨਗਰ ਦੇ ਵਿੱਚ, ਕਿਉਂਕਿ ਸਤਿਗੁਰਾਂ ਨੇ ਨਗਰ ਦੇ ਬਾਹਰ ਉਤਾਰਾ ਕੀਤਾ ਸੀ, ਉੱਥੇ ਵੀ ਗੁਰੂ ਘਰ ਹੈ। ਨਗਰ ਦੇ ਅੰਦਰ ਵੀ ਜਾ ਕੇ ਗੁਰੂ ਘਰ ਹੈ, ਜਿੱਥੇ ਇਹ ਘਟਨਾ ਵਾਪਰਨੀ ਹੈ ਜਿਹੜੀ ਅੱਗੇ ਕਥਾ ਚ ਆ ਰਹੀ ਹੈ। ਤੋ ਉਸ ਪਾਸੇ ਨੂੰ ਸਤਿਗੁਰੂ ਜੀ ਗਏ ਹਨ। ਪੂਰਬ ਜਹ ਚਬੂਤਰਾ ਚੌਰਾ, ਇੱਥੇ ਚਬੂਤਰਾ ਸੀ ਬੜਾ ਵੱਡਾ ਚੌੜਾ ਨਾ, ਪਿੰਡ ਦਾ, ਨੌਰ ਪਿੰਡ ਦਾ ਬਣਿਆ ਹੋਇਆ। ਤਹ ਪਹੁੰਚੇ ਸੋਢੀ ਸਿਰ ਮੋਰਾ, ਤੇ ਨੌਰ ਦੇ ਵਿੱਚ ਜਿਹੜਾ ਉਹ ਵੱਡਾ ਚਬੂਤਰਾ ਬਣਿਆ ਚੌਰਸ, ਉਹ ਵੇਖਣ ਵਾਸਤੇ ਸੋਢੀਆਂ ਦੀ ਕੁੱਲ ਦੇ ਸਿਰਮੌਰ ਉੱਥੇ ਤੱਕ ਆ ਗਏ। ਕੁਛ ਸੌ ਪਾਨ ਉਚੇਰੋ ਥਾਨ, ਉਹ ਜਿਹੜਾ ਚਬੂਤਰਾ ਸੀ ਉਹਨੂੰ 5-4 ਪੌੜੀਆਂ ਜੀਆਂ ਲੱਗੀਆਂ ਹੋਈਆਂ, ਤੇ ਉਹ ਉੱਚੇ ਥਾਂ ਦੇ ਉੱਤੇ ਬਣਿਆ ਹੋਇਆ ਹੈ। ਉਪਰ ਦਿਓ ਚੜਾਏ ਕਿਕਾਨ, ਸਤਿਗੁਰੂ ਜੀ ਘੋੜੇ ਸਮੇਤ ਉਹ ਚਬੂਤਰੇ ਦੇ ਉੱਤੇ ਚੜ ਗਏ। 5-7 ਪੌੜੀਆਂ ਸਨ, ਤੇ ਪੌੜੀਆਂ ਚੜ੍ਹਦੀਆਂ ਘੋੜਿਆਂ ਨੂੰ ਕਿਹੜਾ ਔਖੀਆਂ ਹੁੰਦੀਆਂ, ਤੇ ਘੋੜਾ ਕਹਿੰਦੇ ਮਹਾਰਾਜ ਜੀ ਨੇ ਉਸ ਚਬੂਤਰੇ ਦੇ ਉੱਪਰ ਹੀ ਚੜਾ ਲਿਆ। ਥਲ ਉੱਚੇ ਚੜ ਕਰ ਥਿਰ ਥਏ, ਔਰ ਉਸ ਚਬੂਤਰੇ ਦੇ ਉੱਚੇ ਥਾਂ ਤੇ ਜਾ ਕੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਖਲੋ ਗਏ। ਦੂਰ ਦੂਰ ਲਗ ਦੇਖਤ ਭਏ, ਚਬੂਤਰਾ ਕਾਫੀ ਉੱਚਾ ਸੀ, ਘੋੜੇ ਤੇ ਵੀ ਫਿਰ ਉਚਾਈ ਹੋਰ ਉੱਚੀ ਹੋ ਗਈ, ਤੇ ਦੂਰ ਨਿਗਾਹ ਮਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੌਰ ਨਗਰ ਵੱਲ ਵੇਖਦੇ ਨੇ। ਦਾਸ ਸੁਰਾਹੀ ਦਾਰ ਤਰੇ ਤੇ, ਮਹਾਰਾਜ ਜੀ ਦਾ ਇੱਕ ਜਲ ਸੇਵਾ ਕਰਨ ਵਾਲਾ, ਉਹਦੇ ਹੱਥ ਵਿੱਚ ਜਲ ਦੀ ਸੁਰਾਹੀ ਭਰੀ ਹੋਈ ਹੈ। ਚੜਿਓ ਧਾਏ ਕਰ ਬੇਗ ਤਰੇ ਤੇ, ਉਹ ਥੱਲਿਓਂ, ਕਿਉਂਕਿ ਗਰਮੀਆਂ ਦੇ ਦਿਨ ਨੇ, ਉਹਨੇ ਸੋਚਿਆ ਸਤਿਗੁਰਾਂ ਨੇ ਜਲ ਛਕਣਾ, ਉਹ ਬੜੀ ਕਾਹਲੀ ਦੇ ਨਾਲ ਨਾ ਉਹ ਸੁਰਾਹੀ ਲੈ ਕੇ ਜਲ ਵਾਲੀ ਮਹਾਰਾਜ ਜੀ ਵੱਲ ਵਧਿਆ ਅੱਗੇ ਚਬੂਤਰੇ ਤੇ ਚੜਨ ਲਈ। ਪਹੁੰਚਿਓ ਚਾਹੇ ਗੁਰੂ ਕੇ ਪਾਸ, ਉਹ ਬੜੀ ਕਾਹਲੀ ਨਾਲ ਕਦਮ ਪੁੱਟਦਾ ਹੋਇਆ ਤੇਜ਼ੀ ਨਾਲ ਸਤਿਗੁਰਾਂ ਵੱਲ ਜਾ ਰਿਹਾ ਹੈ। ਪਗ ਸੋ ਦਰਿਓ ਕਬੂਤਰ ਨਾਚ, ਕਹਿੰਦੇ ਦੇਵ ਨੇਤ ਐਸੀ ਹੋਈ ਕਿ ਉਹ ਜਦੋਂ ਦੌੜਿਆ ਨਾ ਮਹਾਰਾਜ ਜੀ ਵੱਲ, ਤੇ ਕਬੂਤਰ ਬੜੇ ਸੀ ਚਬੂਤਰੇ ਤੇ, ਇੱਕ ਕਬੂਤਰ ਉਸ ਸਿੰਘ ਦੇ ਪੈਰਾਂ ਥੱਲੇ ਆ ਕੇ ਦਰੜਿਆ ਗਿਆ। ਨਹਿ ਨਰ ਗਨ ਬੈਠੇ ਰਿਸਠਾਨੀ, ਕਹਿੰਦੇ ਉੱਥੇ ਜਿਹੜੇ ਨੌਰ ਪਿੰਡ ਦੇ ਲੋਕ ਬੈਠੇ ਸਨ, ਉਹ ਵੇਖ ਕੇ ਗੁੱਸਾ ਕਰਨ ਲੱਗੇ। ਉਹ ਕੁਝ ਜੈਨੀ ਭਾਈਚਾਰੇ ਦੇ ਲੋਕ ਸਨ, ਉੱਥੇ ਹੀ ਨਿਵਾਸ ਕਰ ਰਹੇ ਸਨ।
ਉਹਨਾਂ ਨੇ ਜਦੋਂ ਵੇਖਿਆ ਤੇ ਬੜਾ ਗੁੱਸਾ ਕੀਤਾ। ਕਹਾਂ ਕਰਮ ਤੈ ਕੀਨ ਬਖਾਨੀ। ਉਸ ਸਿੰਘ ਨੂੰ ਕਹਿਣ ਲੱਗੇ, ਉਹ ਤੂੰ ਆ ਕੀ ਕੀਤਾ? ਕਬੂਤਰ ਮਾਰ ਦਿੱਤਾ, ਜੀਵ ਹਿੰਸਾ ਕਰ ਦਿੱਤੀ ਆ, ਜੀਵ ਮਾਰ ਦਿੱਤਾ। ਉਹ ਜਿਹੜੇ ਉੱਥੇ ਬੈਠੇ ਸਨ ਸੱਜਣ, ਕੁਝ ਨੌਰ ਪਿੰਡ ਦੇ ਰਹਿਣ ਵਾਲੇ ਸਨ, ਕਹਿਣ ਲੱਗੇ ਆ ਕੀ ਕੀਤਾ ਤੂੰ? ਕਬੂਤਰ ਮਾਰ ਦਿੱਤਾ। ਰਹਿ ਚਬੂਤਰੇ ਤੋਮ ਕਬੂਤਰ। ਇਹ ਚਬੂਤਰਾ ਜਿਹੜਾ ਇਹ ਕਬੂਤਰਾਂ ਦਾ ਟਿਕਾਣਾ ਹੈ। ਉਹ ਪਿੰਡ ਦੇ ਲੋਕ ਆਇਆ ਕਰਦੇ, ਉੱਥੇ ਦਾਣਾ ਪਾ ਜਾਂਦੇ ਕਬੂਤਰਾਂ ਨੂੰ। ਉੱਥੇ ਉਹਨਾਂ ਨੇ ਚਰਾਂਦ ਬਣਾਈ ਹੋਈ ਸੀ ਕਬੂਤਰਾਂ ਦੀ, ਤੇ ਕਬੂਤਰ ਜਿਹੜੇ ਸਨ ਉਹ ਚੁਗਦੇ ਸਨ ਉੱਥੇ। ਕਹਿਣ ਲੱਗੇ ਕਬੂਤਰਾਂ ਦਾ ਚਬੂਤਰਾ, ਇੱਥੇ ਕਬੂਤਰ ਵਸਦੇ ਨੇ, ਉਹਨਾਂ ਦਾ ਪੱਕਾ ਟਿਕਾਣਾ ਹੈ। ਹਤਿਓ ਪਿਖੇ ਬਿਨ ਦਇਓ ਪਗੂਤਰ। ਔਰ ਤੂੰ ਵੇਖੇ ਬਿਨਾ ਇਹਨੂੰ ਮਾਰ ਦਿੱਤਾ ਹੈ, ਪੈਰ ਥੱਲੇ ਰੱਖ ਕੇ ਦਰੜ ਦਿੱਤਾ ਹੈ। ਸਤਿਗੁਰ ਕਹਿਓ ਕਹਾਂ ਹੋਏ ਗਇਓ। ਜਦੋਂ ਸਿੰਘ ਦੇ ਗਲ ਪੈਣ ਲੱਗੇ ਨਾ ਪਿੰਡ ਦੇ ਲੋਕ, ਨੌਰ ਪਿੰਡ ਦੇ, ਤੇ ਕਲਗੀਧਰ ਜੀ ਘੋੜੇ ਤੇ ਹੀ ਬੈਠੇ, ਉਹਨਾਂ ਵੱਲ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਬਈ ਕੀ ਗੱਲ ਹੈ? ਸਾਡੇ ਸਿੰਘ ਦੇ ਗਲ ਕਿਉਂ ਪੈਂਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਏਦਾਂ ਆਵਾਜ਼ ਮਾਰੀ, ਬਿਲਸਨ ਕੋ ਸਗਰੇ ਤਨ ਕਯੋ। ਕਬੂਤਰ ਹੀ ਮਰਿਆ, ਕੀ ਹੋ ਗਿਆ? ਪਾਤਸ਼ਾਹ ਕਹਿੰਦੇ ਇਹ ਸਰੀਰ ਵਿਨਸਣ ਵਾਲੇ ਨੇ, ਇਹ ਤਾਂ ਸਾਰਿਆਂ ਦੇ ਬਿਨਸਣੇ ਨੇ, ਸਰੀਰ ਤਾਂ ਹੈ ਹੀ ਵਿਨਾਸ਼ ਕਾਲ, ਇਹਨਾਂ ਨੇ ਤਾਂ ਬਿਨਸਣਾ ਹੀ ਬਿਨਸਣਾ। ਏਕ ਮਰੇ ਤੇ ਅਚਰਜ ਕਹਾਂ। ਇੱਕ ਕਬੂਤਰ ਮਰੇ ਦਾ ਕੀ ਅਚਰਜ ਹੈ? ਇਹ ਤਾਂ ਸਰੀਰ ਬਿਨਸਣ ਵਾਲੇ ਨੇ, ਸਾਰੇ ਹੀ ਮਰਨ ਜਾਂ ਮਰ ਜਾਣੇ ਹਨ। ਹੋਨਹਾਰ ਪਰ ਰਿਸਕਿਆ ਲਹਾ। ਹੋਣੀ ਸੀ ਉਹ ਕਬੂਤਰ ਦੀ ਆਈ, ਉਹ ਮਰ ਗਿਆ। ਕਿਹੜਾ ਸਿੰਘ ਨੇ ਜਾਣ ਕੇ ਮਾਰਿਆ? ਉਹ ਦੌੜਿਆ ਆਉਂਦਾ ਸੀ ਸਾਡੇ ਵੱਲ, ਉਹਦੇ ਪੈਰ ਥੱਲੇ ਆ ਕੇ ਦਰੜਿਆ ਗਿਆ, ਮਾਰਿਆ ਗਿਆ। ਇਹਦੇ ਵਿੱਚ ਕੀ ਅਤ ਕਥਨੀ ਹੋ ਗਈ ਭਾਈ? ਇਹ ਤਾਂ ਬਿਨਸਣੇ ਹੀ ਨੇ, ਜਿਹੜੇ ਬਾਕੀ ਨੇ ਉਹ ਵੀ ਨਾ ਇੱਕ ਦਿਨ ਬਿਨਸ ਹੀ ਜਾਣੇ ਨੇ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਕਿਹੜਾ ਕੋਈ ਅਨਹੋਣੀ ਹੋ ਗਈ ਹੈ? ਇਹ ਹੋਣੀ ਸੀ ਵਰਤ ਗਈ ਹੈ। ਸੁਣ ਸਭ ਬੋਲੇ ਭਲ ਤੁਮ ਆਏ। ਸੁਣ ਕੇ ਅੱਗੋਂ ਪਿੰਡ ਵਾਲੇ ਸਤਿਗੁਰੂ ਜੀ ਨੂੰ ਬੋਲੇ, ਕਹਿਣ ਲੱਗੇ ਜੀ ਚੰਗਾ ਤੁਸੀਂ ਸਾਡੇ ਪਿੰਡ ਆਏ ਹੋ। ਸਰਬ ਕਬੂਤਰ ਦੇਹੋ ਮਰਾਏ। ਇਹ ਗੱਲ ਆ ਤਾਂ ਫਿਰ ਸਾਰੇ ਹੀ ਮਰਵਾ ਦਿਓ, ਜੇ ਮਰਨੇ ਨੇ ਸਾਰੇ ਤਾਂ। ਮਹਾਰਾਜ ਜੀ ਨੇ ਕਿਹਾ ਵੀ ਤਾਂ ਬਿਨਸਣੇ ਹੀ ਨੇ ਸਾਰੇ। ਉਹ ਮਹਾਰਾਜ ਜੀ ਦੀ ਮਹਿਮਾ ਤੋਂ ਅਣਜਾਣ ਲੋਕ ਸਨ, ਸਤਿਗੁਰਾਂ ਬਾਰੇ ਨਹੀਂ ਸਨ ਜਾਣਦੇ। ਕਹਿੰਦੇ ਜੀ ਤੁਸੀਂ ਚੰਗੇ ਆਇਓ ਸਾਡੇ ਪਿੰਡ। ਇੱਕ ਤਾਂ ਚਬੂਤਰੇ ਤੇ ਘੋੜੇ ਸਣੇ ਚੜ ਗਏ, ਇਹ ਕਬੂਤਰਾਂ ਦਾ ਚਬੂਤਰਾ ਹੈ। ਦੂਜਾ ਜੇ ਇਹ ਇੱਕ ਮਰੇ ਬਿਨਾ ਤੁਸੀਂ ਕਹਿੰਦੇ ਹੋ ਵੀ ਸਾਰੇ ਹੀ ਮਰ ਜਾਣੇ ਨੇ, ਤੇ ਫਿਰ ਮਾਰ ਦਿਓ ਸਾਰੇ ਜੇ ਆਏ ਹੋ ਤਾਂ। ਏਦਾਂ ਸਤਿਗੁਰਾਂ ਨੂੰ ਕਹਿਣ ਲੱਗੇ। ਸੁਨ ਗੁਰ ਕਹਿਓ ਜੇ ਆਸਮਾਨ ਆਈ। ਪਾਤਸ਼ਾਹ ਕਹਿੰਦੇ ਚੰਗਾ ਬਈ ਜੇ ਤੁਹਾਡੇ ਮਨ 'ਚ ਏਦਾਂ ਆਈ ਐ, ਮਰੇ ਕਬੂਤਰ ਅਬ ਸਬੁਦਾਈ। ਵੀ ਤੁਹਾਡੇ ਮਨ 'ਚ ਆਉਂਦੀ ਆ ਵੀ ਸਾਰੇ ਮਰ ਜਾਣ, ਤੇ ਫਿਰ ਮਰ ਜਾਣ ਸਾਰੇ। ਕਲਗੀਧਰ ਪਾਤਸ਼ਾਹ ਕਹਿੰਦੇ ਵੀ ਇਹ ਤਾਂ ਗੁਰੂ ਨਾਨਕ ਦਾ ਘਰ ਹੈ। ਜੇ ਤੁਸੀਂ ਇਹ ਭਾਵਨਾ ਰੱਖ ਲਈ ਆ ਸਾਡੇ ਤੇ ਵੀ ਅਸੀਂ ਸਾਰੇ ਮਾਰ ਦਈਏ, ਤੇ ਸਾਰੇ ਮਾਰ ਦਿੰਦੇ ਆ ਬਈ, ਫਿਰ ਮਰ ਜਾਣ ਸਾਰੇ ਜਿੰਨੇ ਵੀ ਫਿਰਦੇ ਹਨ। ਬਚਨ ਗੁਰੂ ਕੇ ਕਹਿਨੇ ਕਰਕੇ। ਸਤਿਗੁਰੂ ਜੀ ਦੇ ਬਚਨ ਕਰਨ ਦੀ ਦੇਰੀ ਸੀ, ਮੁਖ ਤੋਂ ਬੋਲਣ ਦੀ ਦੇਰੀ ਸੀ। ਜਿਤੇ ਕਬੂਤਰ ਗਿਰੇ ਸੋ ਮਰ ਕੇ। ਉਹ ਜਿੰਨੇ ਕਬੂਤਰ ਉੱਥੇ ਉੱਡਦੇ ਫਿਰਦੇ ਸੀ, ਏਦਾਂ ਸੁਸਰੀ ਵਾਂਗੂ ਜ਼ਮੀਨ ਦੇ ਉੱਤੇ ਸੌਂ ਗਏ ਸਾਰੇ। ਸੈਂਕੜਿਆਂ ਦੀ ਗਿਣਤੀ ਵਿੱਚ ਸਨ ਉਹ ਸਾਰੇ, ਉੱਥੇ ਜ਼ਮੀਨ ਦੇ ਉੱਤੇ ਚਬੂਤਰੇ ਦੇ ਚਾਰੇ ਪਾਸੇ ਜਿੱਥੇ ਜਿੱਥੇ ਉੱਡਦੇ ਸਨ ਉਹ ਜ਼ਮੀਨ ਤੇ ਡਿੱਗ ਪਏ, ਸਾਰੇ ਸੁਸਰੀ ਵਾਂਗੂ ਸੌਂ ਗਏ। ਉਤੋ ਹਜ਼ਾਰੋਂ ਕੀਰਨ ਥਾਨ। ਉਹ ਸੈਂਕੜੇ ਕਬੂਤਰ ਸਨ, ਉੱਥੇ ਉਹਨਾਂ ਦਾ ਪੁਰਾਣਾ ਥਾਂ ਸੀ, ਉੱਥੇ ਹੀ ਰਹਿੰਦੇ ਸਨ, ਹਜ਼ਾਰਾਂ ਦੀ ਗਿਣਤੀ ਵਿੱਚ ਸਨ। ਹੇਰ ਹੇਰ ਨਰ ਭਏ ਹਿਰਾਨ। ਜਦੋਂ ਸਾਰੇ ਹੀ ਮਰ ਗਏ ਤੇ ਲੋਕ ਵੇਖ ਵੇਖ ਕੇ ਹੈਰਾਨ ਹੋਣ, ਉਹ ਦੰਗ ਹੋਣ ਵੀ ਆਹ ਕੀ ਖੇਡ ਵਰਤੀ ਐ। ਇਹ ਅਜ਼ਮਤ ਜੁਤ ਪੁਰਖ ਬਿਸਾਲੇ। ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਕੋਈ ਸਧਾਰਨ ਪੁਰਖ ਨਹੀਂ, ਇਹ ਕੋਈ ਅਜਮਤਵਾਨ ਪੁਰਖ ਨੇ। ਕਿਉਂਕਿ ਇਹਨਾਂ ਲੋਕਾਂ ਨੇ ਕਲਗੀਧਰ ਦੇ ਦਰਸ਼ਨ ਨਹੀਂ ਸਨ ਪਹਿਲਾਂ ਕੀਤੇ, ਇਹਨਾਂ ਨੂੰ ਪਤਾ ਨਹੀਂ ਸੀ, ਨਾ ਇਹਨਾਂ ਨੇ ਜਾਣਨ ਦੀ ਇੱਛਾ ਪਹਿਲਾਂ ਕੀਤੀ। ਜਦੋਂ ਗੁਰਦੇਵ ਦੀ ਇਹ ਕਲਾ ਵੇਖੀ ਤੇ ਫਿਰ ਇਹਨਾਂ ਜਾਣਿਆ ਵੀ ਅਜਮਤਵਾਨ ਪੁਰਖ ਹਨ। ਕਰੇ ਬਾਕ ਤੇ ਖਗ ਹੱਥ ਜਾਲੇ। ਜਿਨ੍ਹਾਂ ਦੇ ਬਚਨਾਂ ਨਾਲ ਹੀ ਇਹ ਸਾਰੇ ਕਬੂਤਰ ਮਾਰੇ ਗਏ ਨੇ। ਉੱਠ ਉੱਠ ਕਰ ਪਗ ਬੰਧਨ ਕਰੇ। ਉਹ ਜਿਹੜੇ ਪਹਿਲਾਂ ਬੈਠੇ ਸੀ ਨਾ ਮਸਤ ਜੇ ਹੋਏ, ਮਹਾਰਾਜ ਜੀ ਦਾ ਸਤਿਕਾਰ ਨਹੀਂ ਸਨ ਕਰਦੇ, ਉੱਠ ਕੇ ਹੁਣ ਭੱਜ ਭੱਜ ਕੇ ਆਉਣ ਲੱਗੇ ਗੁਰੂ ਚਰਨਾਂ 'ਚ ਨਮਸਕਾਰ ਕਰਨ ਵਾਸਤੇ। ਵੀ ਜੇ ਜਿਨ੍ਹਾਂ ਦੇ ਬਚਨਾਂ ਨਾਲ ਪੰਛੀ ਮਰ ਸਕਦੇ ਆ ਤੇ ਸਾਡਾ ਕੀ ਨਹੀਂ ਹੋ ਸਕਦਾ।
ਉਹ ਸਾਰੇ ਹੁਣ ਭੱਜ ਭੱਜ ਕੇ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਣ ਲੱਗੇ, ਨਮਸਕਾਰਾਂ ਕਰਨ ਲੱਗੇ। ਛਿਮੋ ਭੂਲ ਪ੍ਰਤੀਕੂਲ ਜੇ ਉਚਰੇ। ਕਹਿੰਦੇ ਮਹਾਰਾਜ ਛਿਮਾ ਛਿਮਾ ਛਿਮਾ, ਅਸੀਂ ਤੁਹਾਡੇ ਉਲਟ ਬੋਲੇ ਆ ਮਹਾਰਾਜ। ਪ੍ਰਤੀਕੂਲ ਦਾ ਮਤਲਬ ਹੁੰਦਾ ਉਲਟ। ਅਸੀਂ ਮਹਾਰਾਜ ਜੀ ਤੁਹਾਡੇ ਉਲਟ ਬੋਲੇ ਆ, ਸਾਨੂੰ ਮਾਫ ਕਰ ਦਿਓ। ਰਾਵਰ ਕੋ ਪ੍ਰਤਾਪ ਨਹਿ ਜਾਣਾ। ਸਤਿਗੁਰੂ ਜੀ ਅਸੀਂ ਤੁਹਾਡਾ ਪ੍ਰਤਾਪ ਨਹੀਂ ਜਾਣਿਆ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਨਹੀਂ ਜਾਣੀ। ਅਬ ਜਾਣਾ ਜਬ ਬਾਕ ਬਖਾਨਾ। ਹੁਣ ਜਾਣਿਆ ਜਦੋਂ ਤੁਸੀਂ ਆਪਣੇ ਮੁਖੋਂ ਬਚਨ ਕਹੇ ਹਨ। ਮਰੇ ਕਬੂਤਰ ਦੇਹੋ ਜਿਵਾਏ। ਮਹਾਰਾਜ ਕਿਰਪਾ ਕਰੋ, ਇਹ ਜੀਵ ਸਾਡੇ ਕਰਕੇ ਮਰੇ ਨੇ, ਤੁਹਾਡੇ ਬਚਨਾਂ ਨਾਲ ਹੀ ਮਹਾਰਾਜ ਅਸੀਂ ਇਹ ਮੰਦ ਭਾਵਨਾ ਕੀਤੀ ਤਾਂ ਮਰੇ ਨੇ, ਇਹਨਾਂ ਦਾ ਦੋਸ਼ ਸਾਨੂੰ ਲੱਗਣਾ। ਮਹਾਰਾਜ ਜੀ ਕਿਰਪਾ ਕਰੋ, ਇਹਨਾਂ ਨੂੰ ਜੀਵਨ ਦਾਨ ਦੇ ਦਿਓ। ਕਰਹਿ ਅਵਗਿਆ ਅਪਰ ਨ ਕਾਏ। ਮੁੜ ਕੇ ਹੋਰ ਨਹੀਂ ਹੁਣ ਤੁਹਾਡੀ ਕੋਈ ਅਵਗਿਆ ਕਰਨ ਲੱਗਾ, ਸਭ ਤੁਹਾਡੀ ਆਗਿਆ ਵਿੱਚ ਹੁਕਮ 'ਚ ਚੱਲਣਗੇ। ਸੁਨ ਬਿਨਤੀ ਕਰ ਕਿਰਪਾ ਉਚਾਰੇ। ਜਦੋਂ ਇਹਨਾਂ ਦੀ ਬੇਨਤੀ ਸਤਿਗੁਰੂ ਜੀ ਨੇ ਸੁਣੀ, ਸੁਣ ਕੇ ਕਿਰਪਾ ਦੇ ਘਰ ਵਿੱਚ ਆਏ, ਸਤਿਗੁਰੂ ਜੀ ਬੋਲੇ ਪਾਵੋ ਚੋਗ ਜੀਵ ਹੈ ਸਾਰੇ। ਮਹਾਰਾਜ ਜੀ ਕਹਿੰਦੇ ਵੀ ਚੋਗਾ ਪਾਓ, ਸਾਰੇ ਜੀਵ ਜਾਣਗੇ। ਵਾਹਿਗੁਰੂ ਕਹਿ ਕੇ ਚੋਗਾ ਪਾਓ, ਇਹ ਸਾਰੇ ਉੱਠ ਜਾਣਗੇ, ਜੀਵ ਜਾਣਗੇ। ਦਾਨੇ ਆਨ ਬਿਖੇਰਨ ਕਰੇ। ਜਦੋਂ ਇਹ ਦਾਣਾ ਲਿਆਏ ਤੇ ਦਾਣਾ ਲਿਆ ਕੇ ਸੁੱਟਿਆ ਨਾ, ਉਹ ਜਿੰਨੇ ਕਬੂਤਰ ਮਰੇ ਪਏ ਉੱਠ ਕੇ ਸੁਰਜੀਤ ਹੋ ਕੇ ਚੋਗਾ ਚੁਗਣ ਲੱਗ ਪਏ। ਉਠ ਪਾਰਾਵਤ ਜੀਵਨ ਧਰੇ। ਔਰ ਕਹਿੰਦੇ ਉਹ ਚੋਗਾ ਚੁਗਦੇ ਆ, ਦਾਣਾ ਮੂੰਹ ਵਿੱਚ ਪਾਉਂਦੇ ਆ ਤੇ ਜੀਵਨ ਉਹਨਾਂ ਨੂੰ ਪ੍ਰਾਪਤ ਹੋ ਗਿਆ। ਬੀਨ ਬੀਨ ਚੋਗਾ ਨਿਜ ਖਾਵੇ। ਸਾਰੇ ਆਪੋ ਆਪਣਾ ਚੋਗਾ ਚੁਗ ਚੁਗ ਕੇ ਖਾਂਦੇ ਹਨ। ਹੇਰ ਹੇਰ ਸਗਰੇ ਬਿਸਮਾਵੇ। ਵੇਖ ਵੇਖ ਕੇ ਸਾਰੇ ਲੋਕ ਹੈਰਾਨ ਹੋ ਰਹੇ ਨੇ ਕਿ ਜਿਨ੍ਹਾਂ ਦੇ ਬਚਨ ਨਾਲ ਪਹਿਲਾਂ ਇਹ ਮਰ ਗਏ, ਉਹਨਾਂ ਦੇ ਬਚਨ ਨਾਲ ਮੁੜ ਸੁਰਜੀਤ ਹੋ ਗਏ। ਸਿੱਖ ਕੇ ਪੈਰਨ ਤੇ ਜੋ ਮਰਿਓ। ਪਰ ਇੱਕ ਕਬੂਤਰ ਨਹੀਂ ਜੀਵਤ ਹੋਇਆ ਜਿਹੜਾ ਸਿੱਖ ਦੇ ਪੈਰ ਥੱਲੇ ਆ ਕੇ ਦਰੜਿਆ ਗਿਆ ਸੀ, ਉਹ ਨਹੀਂ ਜਿਉਂਦਾ ਹੋਇਆ। ਸੋਨੇ ਜਿਉ ਰਿਓ ਧਰ ਪਰਿਓ। ਉਹ ਉੱਥੇ ਹੀ ਜ਼ਮੀਨ ਤੇ ਪਿਆ ਰਿਹਾ, ਉਹ ਨਹੀਂ ਜਿਉਂਦਾ ਹੋਇਆ। ਇਸ ਕੋ ਦੇਖਤ ਬਹਰੇ ਉਚਾਰੇ। ਉਹਨੂੰ ਵੇਖ ਕੇ ਬੋਲੇ ਇਸ ਪਰ ਕਿਉਂ ਨਾ ਕਿਰਪਾ ਨਿਜ ਤਾਰੇ। ਕਹਿਣ ਲੱਗੇ ਸਤਿਗੁਰੂ ਜੀ ਇਹ ਜਿਹੜਾ ਕਬੂਤਰ ਪਹਿਲਾਂ ਮਰਿਆ ਸੀ ਸਿੱਖ ਦੇ ਪੈਰ ਥੱਲੇ ਦਰੜ ਕੇ, ਮਹਾਰਾਜ ਇਹਦੇ ਤੇ ਕਿਰਪਾ ਕਿਉਂ ਨਹੀਂ ਕੀਤੀ, ਇਹਨੂੰ ਕਿਉਂ ਨਹੀਂ ਜਿਵਾਇਆ ਆਪ ਜੀ ਨੇ। ਸਿੰਘਨ ਪੀ ਕਹਿ ਇਸੇ ਜਿਵਾਵੋ। ਸਿੰਘ ਵੀ ਲਾਗਿਓ ਕਹਿਣ ਲੱਗੇ ਮਹਾਰਾਜ ਜੇ ਸਾਰੇ ਜੀਵ ਪਏ ਨੇ ਤੇ ਇਹਨੂੰ ਵੀ ਜਵਾ ਦਿਓ। ਪ੍ਰਭ ਫੁਰਮਾਏ ਚੋਗ ਇਸ ਪਾਵੋ। ਮਹਾਰਾਜ ਜੀ ਕਹਿੰਦੇ ਬਈ ਇਹਨੂੰ ਚੋਗ ਪਾਓ। ਲੈ ਕਰ ਸਿੱਖਨ ਤਿਸੈ ਅਗੇਰੇ। ਜਦੋਂ ਸਿੱਖਾਂ ਨੇ ਚੋਗ ਲਿਆ ਕੇ ਉਹਦੇ ਅੱਗੇ ਪਾਇਆ, ਮੋਠ ਬਾਜਰੀ ਜਬੈ ਬਿਖੇਰੇ। ਜਦੋਂ ਉਹਨੂੰ ਮੋਠ ਤੇ ਬਾਜਰੀ ਵਿਖਾਇਆ, ਉਠ ਜੀਵਿਓ ਹੇਰਤ ਬਿਸਮਾਏ। ਕਹਿੰਦੇ ਉਹ ਵੀ ਉੱਠ ਕੇ ਜੀਵ ਪਿਆ, ਵੇਖ ਕੇ ਸਾਰੇ ਬਿਸਮਾਦ ਹੋਏ। ਲਿਆਏ ਉਪਾਇਨ ਸੀਸ ਨਿਵਾਏ। ਗੁਰੂ ਚਰਨਾਂ ਵਿੱਚ ਲਿਆ ਕੇ ਭਟਾਵਾਂ ਅਰਪਣ ਕੀਤੀਆਂ। ਸ੍ਰੀ ਗੁਰ ਸੁਜਸ ਸੁਨਿਓ ਹਮ ਜੈਸੇ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਅਸੀਂ ਸੁਣਿਆ ਸੀ, ਪਿੰਡ ਵਾਸੀਆਂ ਨੂੰ ਪਤਾ ਲੱਗਾ ਵੀ ਇਹ ਤਾਂ ਕਲਗੀਧਰ ਜੀ ਨੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਕਹਿੰਦੇ ਅਸੀਂ ਜਿਵੇਂ ਸਤਿਗੁਰਾਂ ਦਾ ਜਸ ਮਹਿਮਾ ਸੁਣੀ ਸੀ, ਦਰਸ਼ਨ ਕਰਿਓ ਆਪ ਕੋ ਤੈਸੇ। ਮਹਾਰਾਜ ਉਸੇ ਤਰ੍ਹਾਂ ਤੁਹਾਡੇ ਦਰਸ਼ਨ ਕੀਤੇ ਨੇ, ਜੈਸਾ ਸੁਣਿਆ ਸੀ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ। ਮਹਾਰਾਜ ਜਿਵੇਂ ਸੁਣਿਆ ਸੀ ਤੁਹਾਡੇ ਬਾਰੇ ਤਿਵੇਂ ਤੁਹਾਡੇ ਦਰਸ਼ਨ ਕੀਤੇ ਹਨ। ਤੋਏ ਕਰੀ ਠਹਿਰੇ ਗੁਰ ਤਹਾਂ। ਤਕਰੀਬਨ 2 ਘੜੀਆਂ ਸਤਿਗੁਰੂ ਜੀ ਇੱਥੇ ਚਬੂਤਰੇ ਦੇ ਕੋਲ ਰਹੇ। ਉੱਥੇ ਅੱਜ ਕੱਲ ਗੁਰੂ ਘਰ ਆ ਬੜਾ ਸੁੰਦਰ, ਸੋਹਣੀ ਇਮਾਰਤ ਬਣੀ ਹੋਈ, ਦਰਬਾਰ ਸਜਿਆ ਹੁੰਦਾ ਬੜਾ ਸੋਹਣਾ, ਸੰਗਤਾਂ ਦਰਸ਼ਨ ਕਰ ਸਕਦੀਆਂ ਹਨ। ਹਾਂਜੀ, ਪੁਨ ਗਮਨੇ ਬਾਜ਼ਾਰ ਵੱਡ ਜਹਾਂ। ਫਿਰ ਉਧਰੋਂ ਸਤਿਗੁਰੂ ਜੀ ਨੌਰ ਪਿੰਡ ਦਾ ਜਿਹੜਾ ਵੱਡਾ ਬਾਜ਼ਾਰ ਸੀ, ਉਹ ਬਾਜ਼ਾਰ ਵੇਖਣ ਲਈ ਸਤਿਗੁਰੂ ਜੀ ਗਏ। ਵੱਡੇ ਧਨਾੜ ਬਨਕ ਬਿਵਹਾਰੂ। ਤੇ ਬੜੇ ਬੜੇ ਧਨਾੜ ਸ਼ਾਹੂਕਾਰ ਬਾਣੀਏ ਉਸ ਬਾਜ਼ਾਰ ਦੇ ਵਿੱਚ ਵਪਾਰ ਕਰ ਰਹੇ ਸਨ। ਹਾਟਨ ਮੈਂ ਦਿਨਾਰ ਅੰਬਾਰੂ। ਉਹਨਾਂ ਦੀਆਂ ਦੁਕਾਨਾਂ ਵਿੱਚ ਸੋਨੇ ਦੀਆਂ ਸ਼ਰਫੀਆਂ ਤੇ ਮੋਹਰਾਂ ਦੇ ਢੇਰ ਲੱਗੇ ਪਏ ਨੇ। ਏਡੇ ਵੱਡੇ ਧਨਾੜ ਨੇ ਕਿ ਉਹਨਾਂ ਦੀਆਂ ਦੁਕਾਨਾਂ ਵਿੱਚ ਜਿਹੜੀਆਂ ਮੋਹਰਾਂ ਨੇ ਸ਼ਰਫੀਆਂ, ਉਹਦੇ ਢੇਰ ਲੱਗੇ ਹੋਏ ਨੇ। ਗਿਣਤੀ ਕਹਾਂ ਰਜਤ ਪਣ ਕੇਰੀ। ਕਹਿੰਦੇ ਜਿੱਥੇ ਸ਼ਰਫੀਆਂ ਦੇ ਢੇਰ ਲੱਗੇ ਨੇ ਉੱਥੇ ਰੁਪਈਆਂ ਦੀ ਤਾਂ ਕੀ ਗਿਣਤੀ ਹੋਣੀ ਹੈ, ਜਿੱਥੇ ਸ਼ਰਫੀਆਂ ਨਹੀਂ ਗਿਣ ਹੁੰਦੀਆਂ।
ਰੁਪਈਏ ਕਿੰਨੇ ਕਿੰਨੇ ਕਹਿੰਦੇ ਉਹ ਵੀ ਨਹੀਂ ਗਿਣੇ ਜਾ ਸਕਦੇ। ਮੁਕਤਾ ਬਹੁ ਪਰਵਾਲ ਕੋ ਹੇਰੀ। ਇਹ ਸੁਨਿਆਰਿਆਂ ਦਾ ਬਾਜ਼ਾਰ ਸੀ, ਬੜਾ ਵੱਡਾ ਸੋਨੇ ਦੀ ਮੰਡੀ ਸੀ। ਮੋਤੀ ਬੜੇ ਬੜੇ ਕੀਮਤੀ ਉਹ ਵੀ ਭਰੇ ਪਏ ਅੰਬਾਰ ਲੱਗੇ ਹੋਏ ਨੇ। ਮੋਹਰਨ ਦੇਖ ਆਨੰਦ ਉਦਾਰਾ। ਜਦੋਂ ਸਤਿਗੁਰਾਂ ਨੇ ਮੋਹਰਾਂ ਪਈਆਂ ਵੇਖੀਆਂ, ਸਿੰਘਨ ਸੰਗ ਸੁਨਾਏ ਉਚਾਰਾ। ਕਲਗੀਧਰ ਜੀ ਨੇ ਭਵਿੱਖਤ ਬਚਨ ਕਹੇ ਜਿਹੜੇ ਵਰਤਣੇ ਸੀ ਆਉਣ ਵਾਲੇ ਸਮੇਂ 'ਚ। ਇਹ ਕੋਈ ਸਰਾਪ ਨਹੀਂ ਸੀ ਦਿੱਤਾ ਪਿੰਡ ਵਾਲਿਆਂ ਨੂੰ। ਮਹਾਰਾਜ ਜੀ ਨੇ ਉਹ ਬਚਨ ਕਹੇ ਜਿਹੜੇ ਆਉਣ ਵਾਲੇ ਸਮੇਂ 'ਚ ਤਕਰੀਬਨ 100 ਸਾਲ ਬਾਅਦ 150 ਸਾਲ ਬਾਅਦ ਵਰਤਣੇ ਸੀ। ਉਹ ਗਰੀਬ ਨਵਾਜ ਜੀ ਨੇ ਪਹਿਲਾਂ ਕਹਿ ਦਿੱਤੇ। ਵੇਖ ਕੇ ਮਹਾਰਾਜ ਜੀ ਲਾਗੇ ਖੜੇ ਸਿੰਘਾਂ ਨੂੰ ਕਹਿਣ ਲੱਗੇ, ਨੋਹਰ ਗੁਰੂ ਕੀ ਮੋਹਰ ਸਿੰਘਿਆ ਵਹਿਗੇ ਜਬ ਲੂਟਹਿਗੇ। ਮਹਾਰਾਜ ਜੀ ਕਹਿੰਦੇ ਨੋਰ ਵਿੱਚ ਗੁਰੂ ਦੀਆਂ ਮੋਹਰਾਂ ਨੇ ਸਾਰੀਆਂ ਪਈਆਂ। ਸਿੰਘ ਆਉਣਗੇ ਆ ਕੇ ਲੁੱਟ ਕੇ ਲੈ ਜਾਣਗੇ। ਨੋਹਰ ਗੁਰੂ ਕੀ ਮੋਹਰ ਸਿੰਘਿਆ ਵਹਿਗੇ ਜਬ ਲੁੱਟਹਿਗੇ। ਜਦੋਂ ਸਿੰਘ ਆਉਣਗੇ ਸਾਡਾ ਖਾਲਸਾ ਆਵੇਗਾ, ਆ ਕੇ ਲੁੱਟ ਕੇ ਲੈ ਜਾਏਗਾ। ਇਹ ਸਾਰੀਆਂ ਮੋਹਰਾਂ ਗੁਰੂ ਦੀਆਂ ਹਨ ਜਿਹੜੀਆਂ ਪਈਆਂ ਨੇ ਇੱਥੇ ਦੁਕਾਨਾਂ 'ਚ, ਕਿਉਂਕਿ ਹੈ ਸਾਰਾ ਖਜ਼ਾਨਾ ਤਾਂ ਗੁਰੂ ਦਾ ਹੀ ਹੈ ਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਤਨੀ ਲక్ష్ਮੀ ਹੈ ਸਾਰੀ ਧਰਤੀ ਤੇ, ਉਹ ਸਾਰੀ ਲక్ష్ਮੀ ਮੇਰੇ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਦੀ ਦਾਸੀ ਹੈ। ਲక్ష్ਮੀ ਖੜੀ ਤੁਮਰੇ ਦਰਬਾਰ, ਸਰਬ ਦੇਵਤੇ ਕਰੈ ਨਮਸਕਾਰ। ਜੀ ਦਰਬਾਰਨ ਮੈਂ ਤੇਰੋ ਦਰਬਾਰਾ, ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਦਾਸੀ ਹੈ। ਇਸ ਕਰਕੇ ਗੁਰਦੇਵ ਕਹਿੰਦੇ ਨੋਰ ਗੁਰੂ ਕੀ ਮੋਹਰੇ, ਨੋਰ ਵਿੱਚ ਗੁਰੂ ਦੀਆਂ ਮੋਹਰਾਂ ਹਨ। ਸਿੰਘ ਆਉਣਗੇ ਜਦੋਂ ਉਹ ਲੁੱਟਣਗੇ ਲੈ ਜਾਣਗੇ। ਚੌਪਈ ਹਿਮ ਕੈ ਨਗਰ ਨਿਹਾਰਿਓ ਸਾਰਾ। ਇਹ ਤਾਂ ਕਹਿ ਕੇ ਸਤਿਗੁਰੂ ਜੀ ਨੇ ਸਾਰੇ ਨੌਰ ਨਗਰ ਦੇ ਵਿੱਚ ਫਿਰ ਕੇ ਨਗਰ ਵੇਖਿਆ। ਪੁਨ ਆਏ ਡੇਰੋ ਜਹ ਡਾਰਾ। ਛੀਨ ਤਲਾਈ ਦੇ ਕੰਢੇ ਜਿੱਥੇ ਸਤਿਗੁਰਾਂ ਦਾ ਡੇਰਾ ਸੀ, ਉੱਥੇ ਸਤਿਗੁਰੂ ਜੀ ਆਏ, ਆ ਕੇ ਡੇਰਾ ਕਰ ਲਿਆ। ਨਾਮ ਥਾਨ ਕੋ ਛੀਨ ਤਲਾਈ। ਆ ਕਹਿੰਦੇ ਜਿੱਥੇ ਡੇਰਾ ਕੀਤਾ ਉਸ ਜਗ੍ਹਾ ਦਾ ਨਾਮ ਛੀਨ ਤਲਾਈ ਹੈ। ਲਾਗੇ ਛੋਟਾ ਜਿਹਾ ਤਲਾਬ ਹੁਣ ਵੀ ਹੈ, ਉਹ ਦੂਰ ਤੱਕ ਦਿਸਦਾ ਹੈ। ਸੁੰਦਰ ਸਰੋਵਰ ਵੀ ਹੈ। ਤੇ ਰਾਜਸਥਾਨ ਦੇ ਇਲਾਕੇ ਦੇ ਵਿੱਚ ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਨੇ। ਉਹਨਾਂ ਸਾਰੇ ਸਥਾਨਾਂ ਦੀ ਸੇਵਾ ਕਰਾਈ। ਸੋਹਣੀ ਕਾਰ ਸੇਵਾ ਸਥਾਨਾਂ ਦੀ ਹੋਈ। ਤੋ ਛੀਨ ਤਲਾਈ ਜਿਹੜਾ ਤਲਾਅ ਹੈ, ਉਹਦੇ ਕਿਨਾਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਦਾ ਡੇਰਾ ਹੈ। ਜਹ ਉਤਰੇ ਨਿਸਬਸਨ ਗੋਸਾਈ। ਉੱਥੇ ਸਤਿਗੁਰੂ ਜੀ ਉਤਰੇ ਨੇ। ਰਾਤ ਦਾ ਸਮਾਂ ਮਹਾਰਾਜ ਜੀ ਨੇ ਉੱਥੇ ਬਤੀਤ ਕੀਤਾ। ਖਾਨ ਪਾਨ ਕਰ ਸੈਨਾ ਸਾਰੀ। ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦੀਆਂ ਜਿੰਨੀਆਂ ਫੌਜਾਂ ਨੇ ਸਭ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ। ਸੁਪਤ ਜਥਾ ਸੁਖ ਰਾਤ ਗੁਜ਼ਾਰੀ। ਸੁਖ ਦੇ ਨਾਲ ਸਾਰੇ ਸੁਖਾਸਣਾ ਤੇ ਆਪੋ ਆਪਣੇ ਆਸਣਾ ਤੇ ਬਿਰਾਜੇ ਨੇ। ਕਲਗੀਧਰ ਜੀ ਸੁਖਾਸਣਾ ਤੇ ਬਿਰਾਜੇ ਨੇ, ਰਾਤ ਬਤੀਤ ਕੀਤੀ। ਲੂਟਨ ਬਚਨ ਗੁਰੂ ਜੋ ਭਨਿਓ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਹੜਾ ਬਚਨ ਗੁਰੂ ਜੀ ਨੇ ਕੀਤਾ ਸੀ ਨਾ, ਸਿੰਘ ਆਵਾਂਗੇ ਜਬ ਲੁੱਟਾਂਗੇ, ਉਹ ਜਿਹੜਾ ਬਚਨ ਗੁਰੂ ਕਲਗੀਧਰ ਸਵਾਮੀ ਜੀ ਨੇ ਕੀਤਾ ਸੀ, ਹੋ ਪੂਰਨ ਪਾਹਮ ਇਮ ਸੁਨਿਓ। ਭਾਈ ਸਾਹਿਬ ਕਹਿੰਦੇ ਉਹ ਮੇਰੇ ਤੋਂ ਕੁਝ ਸਮਾਂ ਪਹਿਲਾਂ, ਕਹਿੰਦੇ ਮੈਂ ਬਚਪਨ ਵਿੱਚ ਹੀ ਸਾਂ ਤੇ ਛੋਟੀ ਉਮਰ ਦੇ ਵਿੱਚ, ਮੇਰੇ ਜਨਮ ਤੋਂ ਪਹਿਲਾਂ ਕਹਿੰਦੇ ਮੈਂ ਬਜ਼ੁਰਗਾਂ ਦੇ ਕੋਲੋਂ ਸੁਣਿਆ। ਉਹ ਬਚਨ ਗੁਰੂ ਸਾਹਿਬ ਦਾ ਪੂਰਾ ਹੋਇਆ ਜਿਹੜਾ ਕਲਗੀਧਰ ਜੀ ਨੇ ਕਿਹਾ ਸੀ। ਤਕਰੀਬਨ 100 ਸਾਲ ਬਾਅਦ ਜਾ ਕੇ ਕਹਿੰਦੇ ਉਹ ਬਚਨ ਪੂਰਾ ਹੋਇਆ। ਬਰਖ 18 ਸੈਰੋ ਇਕਾਦਸ਼। ਕਹਿੰਦੇ 1811 ਸੰਮਤ ਬਿਕਰਮੀ ਜਦੋਂ ਕਹਿੰਦੇ ਬਚਨ ਮਹਾਰਾਜ ਗੁਰੂ ਕਲਗੀਧਰ ਜੀ ਦਾ ਪੂਰਨ ਹੋਇਆ। ਹਾਂਜੀ, ਪੰਥ ਖਾਲਸਾ ਗਮਨਿਓ ਬਰਬਸ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਪੰਥ ਇੱਧਰ ਰਾਜਸਥਾਨ ਦੇ ਇਲਾਕੇ ਚ, ਉਧਰ ਬੀਕਾਨੇਰ ਨੂੰ ਲੰਘ ਜਾਂਦੇ ਸਨ ਸਿੰਘ। ਜਦੋਂ ਇੱਧਰ ਪੰਜਾਬ ਦੇ ਇਲਾਕੇ ਦੇ ਵਿੱਚ ਸਿੰਘਾਂ ਤੇ ਕਰੜਾਈ ਆਉਂਦੀ, ਸਿੰਘ ਇੱਧਰ ਬੀਕਾਨੇਰ ਦੇ ਜੰਗਲਾਂ ਵਾਲੇ ਪਾਸੇ ਇੱਧਰ ਰਾਜਸਥਾਨ ਨੂੰ ਨਿਕਲ ਜਾਣਾ। ਤੋ ਇਸ ਪ੍ਰਕਾਰ ਨਾਲ ਕਹਿੰਦੇ ਸਿੰਘ ਇਸ ਪਾਸੇ ਆਏ ਹੋਏ ਸਨ। 1811 ਸੰਮਤ ਬਿਕਰਮੀ ਵਿੱਚ ਚੂਰੂਪੁਰ ਕੀ ਸੁਨ ਵੱਡ ਮਾਇਆ। ਕਹਿੰਦੇ ਉਸ ਪਾਸੇ ਇੱਕ ਨਗਰ ਹੈ ਚੂਰੂਪੁਰ, ਰਾਜਸਥਾਨ 'ਚ ਉਹ ਨਗਰ ਹੈ, ਬੜਾ ਵੱਡਾ, ਹੁਣ ਵੀ ਬੜਾ ਵੱਡਾ ਨਗਰ ਹੈ ਚੂਰੂਪੁਰ।
ਸੁਣਿਆ ਖਾਲਸੇ ਨੇ ਵੀ ਬੜੀ ਮਾਇਆ, ਉੱਥੇ ਸਿੰਘਾਂ ਨੂੰ ਮਾਇਆ ਦੀ ਲੋੜ ਹੁੰਦੀ ਸੀ ਉਹਨਾਂ ਵੇਲਿਆਂ 'ਚ। ਫੌਜਾਂ ਦੇ ਖਰਚੇ ਪਰਚੇ ਵਾਸਤੇ, ਘੋੜਿਆਂ ਲਈ, ਸ਼ਸਤਰਾਂ ਲਈ, ਬਸਤਰਾਂ ਲਈ ਮਾਇਆ ਬਿਨਾਂ ਥੋੜੀ ਕੰਮ ਹੁੰਦੇ ਸਨ। ਤੋ ਸਿੰਘਾਂ ਨੂੰ ਇਹ ਸ਼ੇਰ ਪੰਜੇ ਮਾਰਨੇ ਪੈਂਦੇ ਸੀ, ਜਰਵਾਣਿਆਂ ਨੂੰ ਜਾ ਕੇ ਸੋਧਾ ਲਾਣਾ ਪੈਂਦਾ ਸੀ। ਤੋ ਸਿੰਘਾਂ ਨੂੰ ਪਤਾ ਲੱਗਾ ਵੀ ਚੁਰੂਪੁਰ ਨਗਰ ਦੇ ਵਿੱਚ ਬਹੁਤ ਜ਼ਿਆਦਾ ਮਾਇਆ ਹੈ। ਬ੍ਰਿੰਦ ਖਾਲਸੇ ਕੋ ਦਲ ਧਾਇਆ, ਬਹੁਤ ਸਾਰੇ ਸਿੰਘਾਂ ਦਾ ਦਲ ਉਸ ਪਾਸੇ ਨੂੰ ਗਿਆ। ਪਹੁੰਚੇ ਨਿਕਟ ਸੁਨੀ ਸਭ ਬਾਤ, ਕਹਿੰਦੇ ਜਦੋਂ ਚੁਰੂਪੁਰ ਪਹੁੰਚੇ ਉੱਥੇ ਜਾ ਕੇ ਖਬਰ ਮਿਲੀ, ਪਾਰੀ ਖਾਰਾ ਪਿਓ ਨ ਜਾਤ। ਪਤਾ ਲੱਗਾ ਵੀ ਚੁਰੂਪੁਰ ਦਾ ਜਿਹੜਾ ਪਾਣੀ ਆ ਖਾਰਾ ਹੈ, ਉਹ ਪਾਣੀ ਪੀਣ ਦੇ ਕੰਮ ਨਹੀਂ ਆਉਣਾ। ਸਿੰਘ ਜਾਣਗੇ ਤੇ ਬਿਮਾਰ ਹੋ ਜਾਣਗੇ ਉੱਥੋਂ ਦਾ ਪਾਣੀ ਪੀ ਕੇ। ਜੇ ਪੀਵੇਂ ਲਾਗੈ ਅਤ ਸਾਰਾ, ਔਰ ਅਤੀਸਾਰ ਲੱਗ ਜਾਣਗੇ, ਦਸਤ ਲੱਗ ਗਏ, ਹੈਜਾ ਲੱਗ ਗਿਆ, ਤੇ ਮਹਾਮਾਰੀ ਹੁੰਦੀ ਸੀ ਹੈਜੇ ਦੀ ਬਿਮਾਰੀ। ਤੋ ਸਿੰਘ ਕਹਿੰਦੇ ਵੀ ਇਹ ਜ਼ਿਆਦਾ ਯੋਗ ਨਹੀਂ ਉਸ ਪਾਸੇ ਜਾਣਾ। ਹੋਤ ਜਾਤ ਮਾਨਵ ਬੀਮਾਰਾ, ਉੱਥੇ ਬਿਮਾਰੀ ਪਹਿਲਾਂ ਹੀ ਫੈਲੀ ਹੋਈ ਸੀ ਚੁਰੂਪੁਰ 'ਚ, ਹੈਜਾ ਫੈਲਿਆ ਹੋਇਆ ਸੀ। ਪਾਣੀ ਉਸ ਜਗ੍ਹਾ ਦਾ, ਇਲਾਕੇ ਦਾ ਚੰਗਾ ਨਹੀਂ ਸੀ। ਪੁਰ ਕੇ ਵਹਿਰ ਅਹੈ ਜਲ ਐਸੋ, ਤੇ ਨਗਰ ਦੇ ਬਾਹਰਲੇ ਪਾਸੇ ਉਰੇ ਥੋੜਾ ਜਿਹਾ ਪਾਣੀ ਠੀਕ ਹੈ। ਪਿਓ ਨ ਜਾਏ ਪਿਓ ਰੁਜ ਜੈਸੋ। ਜਿਹੜਾ ਚੁਰੂਪੁਰ ਦੇ ਵਿੱਚ ਪਾਣੀ ਆ, ਉੱਥੇ ਦਾ ਜਿਹੜਾ ਜਲ ਹੈ ਉਹ ਪੀਣ ਦੇ ਲਾਇਕ ਨਹੀਂ, ਉਹਦੇ ਨਾਲ ਬਿਮਾਰੀ ਲੱਗਦੀ ਹੈ। ਸੁਣ ਕੇ ਹਟਿਓ ਖਾਲਸਾ ਬਲੀ, ਤੋ ਬਲੀ ਖਾਲਸਾ ਉਹਨਾਂ ਆਖਿਆ ਚੁਰੂਪੁਰ ਰਹਿਣ ਦਿੰਦੇ ਆ, ਫਿਰ ਉਧਰ ਨਹੀਂ ਜਾਂਦੇ, ਕਿਉਂਕਿ ਜਾ ਕੇ ਬਿਮਾਰ ਹੋਣ ਵਾਲੀ ਗੱਲ ਹੈ। ਮਾੜਾ ਪਾਣੀ, ਗੰਦਾ ਪਾਣੀ ਪੀਵਾਂਗੇ, ਬਿਮਾਰ ਹੋਵਾਂਗੇ। ਜਾਣਾ ਅਸੀਂ ਮਾਇਆ ਦੇ ਗੱਫੇ ਲੈਣਾ, ਤੇ ਉੱਥੋਂ ਬਿਮਾਰ ਹੋ ਕੇ ਆ ਗਏ ਤੇ ਮਾਇਆ ਕਿਹੜੇ ਕੰਮ ਦੀ। ਤੇ ਸਰੀਰ ਤੰਦਰੁਸਤ ਰਹੇਗਾ ਤਾਂ ਬਾਕੀ ਸਾਰੇ ਕਾਰਜ ਵੀ ਸਿੱਧ ਹੋ ਜਾਣਗੇ। ਛੂਛੇ ਚਲੇ ਬਾਤ ਨੈ ਭਲੀ, ਸਿੰਘ ਕਹਿੰਦੇ ਵੀ ਐਡੀ ਦੂਰੋਂ ਆਏ ਵੀ ਆ ਤੇ ਹੁਣ ਖਾਲੀ ਹੱਥ ਮੁੜ ਕੇ ਜਾਈਏ, ਇਹ ਵੀ ਗੱਲ ਚੰਗੀ ਨਹੀਂ। ਪੁਰ ਨੌਹਰ ਕੋ ਦਲ ਚਲ ਆਇਓ, ਸਿੰਘ ਚਲਦੇ ਚਲਦੇ ਨੌਰ ਪਿੰਡ ਆ ਗਏ। ਪਤਾ ਲੱਗਾ ਵੀ ਇੱਥੇ ਕਲਗੀਧਰ ਦੇ ਚਰਨ ਪਾਏ ਸਨ। ਫਿਰ ਸਿੰਘਾਂ ਨੂੰ ਇਹ ਵੀ ਪਤਾ ਸੀ ਤਕਰੀਬਨ 8-9 ਦਹਾਕੇ ਪਹਿਲਾਂ ਸਤਿਗੁਰਾਂ ਨੇ ਬਚਨ ਕੀਤਾ ਸੀ, ਸਿੰਘ ਆਵਾਂਗੇ ਤਬ ਲੁੱਟਾਂਗੇ। ਉਹ ਬਚਨ ਵੀ ਸਿੰਘਾਂ ਨੂੰ ਜਦੋਂ ਪਤਾ ਲੱਗਾ, ਸੰਗਤ ਫੰਗੈ ਜੰਗ ਮਚਾਇਓ। ਸਿੰਘਾਂ ਦੇ ਹੱਥਾਂ ਵਿੱਚ ਬੰਦੂਕਾਂ ਸਨ। ਨੌਰ ਪਿੰਡ ਤੇ ਆ ਕੇ ਸਿੰਘਾਂ ਨੇ ਹੱਲਾ ਬੋਲ ਦਿੱਤਾ, ਪਰੇ ਹੇਲ ਕਰ ਲੂਟ ਬਜ਼ਾਰਾ। ਔਰ ਕਹਿੰਦੇ ਜਾ ਕੇ ਉਹ ਜਿਹੜੀਆਂ ਸ਼ਰਫੀਆਂ ਦੇ ਭਰੇ ਭੰਡਾਰੇ ਸੀ ਨਾ, ਜਾ ਕੇ ਸਿੰਘਾਂ ਨੇ ਜਾ ਕੇ ਲੁੱਟ ਮਾਰ ਕਰਕੇ ਕਬਜ਼ੇ ਕਰ ਲਏ। ਖਾਲਸਾ ਜੀ, ਇਹ ਮਾਇਆ ਸਿੰਘ ਆਪਣੀ ਐਸ਼ੋ ਪ੍ਰਸਤੀ ਵਾਸਤੇ ਨਹੀਂ ਸਨ ਵਰਤਿਆ ਕਰਦੇ। ਇਹ ਉਹ ਸਮਾਂ ਸੀ ਖਾਲਸੇ ਦੇ ਉੱਤੇ ਜਿਹੜਾ ਬੜਾ ਔਖਿਆਈ ਦਾ ਸਮਾਂ ਸੀ। ਮਾਇਆ ਦੀ ਬਹੁਤ ਜ਼ਿਆਦਾ ਦਿੱਕਤ, ਕਿੱਲਤ ਹੁੰਦੀ ਸੀ ਸਿੰਘਾਂ ਕੋਲ, ਤੇ ਮਾਇਆ ਦੀ ਲੋੜ ਹੁੰਦੀ ਸੀ। ਸ਼ਸਤਰ ਖਰੀਦਣੇ, ਘੋੜੇ ਖਰੀਦਣੇ, ਮਾਇਆ ਬਿਨਾਂ ਕਿਹੜਾ ਕੋਈ ਕਾਰਜ ਹੁੰਦਾ ਸੀ। ਨਾ ਕੋਈ ਸਿੰਘਾਂ ਕੋਲ ਉਦੋਂ ਜਗੀਰਾਂ ਸਨ, ਨਾ ਕੋਈ ਜ਼ਮੀਨਾਂ ਜਾਇਦਾਦਾਂ ਤੇ ਪਿੰਡਾਂ ਦੀਆਂ ਘਰਾਂ 'ਚ ਛੱਡ ਕੇ ਆਏ ਸਨ, ਉਹ ਤਾਂ ਦੁਸ਼ਮਣੀ ਸਾਂਭੀ ਫਿਰਦੇ ਸੀ। ਇਸ ਕਰਕੇ ਸਿੰਘਾਂ ਨੇ ਇਹਨੂੰ ਸ਼ੇਰ ਪੰਜਾ ਕਹਿੰਦੇ, ਲੁੱਟਮਾਰ ਵੀ ਕਹਿੰਦੇ ਆ ਖਾਲਸੇ ਦੇ ਬੋਲੇ 'ਚ। ਕਹਿੰਦੇ ਜਾ ਕੇ ਸਿੰਘਾਂ ਨੇ ਉਹ ਜਿੰਨੀਆਂ ਸ਼ਰਫੀਆਂ ਸਨ ਸਾਰੀਆਂ ਲੁੱਟ ਮਾਰ ਕਰ ਲਈਆਂ। ਲੀਨੋ ਦਰਬ ਬ੍ਰਿੰਦ ਦੀਨਾਰਾ, ਔਰ ਕਹਿੰਦੇ ਬਹੁਤ ਸਾਰੀ ਜਿਹੜੀ ਮਾਇਆ ਸੀ ਉਹ ਸਿੰਘਾਂ ਨੇ ਆਪਣੇ ਕਬਜ਼ੇ ਕਰ ਲਈ। ਤ੍ਰਿਪਤ ਹੋਏ ਤਹ ਤੇ ਚਲ ਆਏ, ਔਰ ਖੁੱਲੀ ਮਾਇਆ ਦੇ ਗੱਫੇ ਲੈ ਕੇ ਸਿੰਘ ਨੌਰ ਪਿੰਡ 'ਚ ਮਹਾਰਾਜ ਜੀ ਦਾ ਸਥਾਨ ਬਣਾਇਆ, ਕਲਗੀਧਰ ਜੀ ਦੀ ਯਾਦਗਾਰ ਕਾਇਮ ਕੀਤੀ, ਔਰ ਉੱਥੋਂ ਵਾਪਸ ਚੱਲ ਕੇ ਪੰਜਾਬ ਨੂੰ ਆ ਗਏ। ਮੁੱਲ ਹੈ ਲੈ ਅਸਵਾਰ ਬਣਾਏ, ਔਰ ਆ ਕੇ ਉਸ ਮਾਇਆ ਦੇ ਘੋੜੇ ਖਰੀਦੇ, ਕਿਉਂਕਿ ਸਿੰਘਾਂ ਨੂੰ ਘੋੜਿਆਂ ਦੀ ਲੋੜ ਸੀ, ਪੈਦਲ ਸੂਰਮੇ ਸਨ। ਤੇ ਜਿਨ੍ਹਾਂ ਨੂੰ ਮਾਇਆ ਦੀ ਲੋੜ ਸੀ ਉਹਨਾਂ ਨੂੰ ਮਾਇਆ ਦਿੱਤੀ, ਘੋੜੇ ਖਰੀਦੇ, ਸ਼ਸਤਰ ਖਰੀਦੇ। ਕੇਤਿਕ ਭਏ ਤਬ ਹੈ ਸਰਦਾਰ, ਕਹਿੰਦੇ ਕਈ ਸਿੰਘ ਉਦੋਂ ਫਿਰ ਸਰਦਾਰ ਹੋ ਗਏ, ਯਾਨੀ ਕਿ ਉਹਨਾਂ ਨੇ ਫੌਜਾਂ ਰੱਖ ਲਈਆਂ ਆਪਣੇ ਕੋਲ, ਸਿਪਾਹੀ ਭਰਤੀ ਕਰ ਲਏ ਤਨਖਾਹਾਂ ਤੇ। ਲਏ ਗ੍ਰਾਮ ਗਨ ਤੁਰਕਨ ਮਾਰ, ਇਦਾਂ ਬਹੁਤ ਸਾਰੇ ਪਿੰਡ ਤੁਰਕਾਂ ਦੇ ਸਿੰਘਾਂ ਨੇ ਮਾਰ ਕੇ ਸੋਧੇ। ਕਹਿਓ ਗੁਰੂ ਕੋ ਤਬ ਸਫਲਯੋ, ਕਹਿੰਦੇ ਇਦਾਂ ਕਲਗੀਧਰ ਜੀ ਦੇ ਕੀਤੇ ਬਚਨ ਸਫਲ ਹੋਏ। ਜਿਹੜੇ ਬਚਨ ਮਹਾਰਾਜ ਜੀ ਨੇ ਕੀਤੇ ਸਨ ਉਹ ਇਸ ਤਰ੍ਹਾਂ ਮਹਾਰਾਜ ਜੀ ਦੇ ਬਚਨ ਸੱਚ ਹੋਏ। ਰਿੱਧ ਸਿੰਘਨ ਤੇ ਹਮ ਸੁਣ ਲਿਓ। ਭਾਈ ਸਾਹਿਬ ਕਹਿੰਦੇ ਮੈਂ ਆਪਣੇ ਬਜ਼ੁਰਗਾਂ ਕੋਲੋਂ ਇੱਕ ਕਥਾ ਸੁਣੀ। 1811 ਦੇ ਵਿੱਚ ਇਹ ਵਾਕਿਆ ਵਰਤਿਆ। 1900 ਸੰਮਤ ਬਿਕਰਮੀ ਵਿੱਚ ਭਾਈ ਸਾਹਿਬ ਇਹ ਕਥਾ ਲਿਖ ਰਹੇ ਨੇ ਕੈਂਥਲ। ਤਕਰੀਬਨ
99 ਸਾਲ ਹੋ ਗਏ ਨੇ ਇਹ ਵਾਕਿਆ ਹੋਇਆ ਨੂੰ। ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਉਹਨਾਂ ਕੋਲੋਂ ਭਾਈ ਸਾਹਿਬ ਕਹਿੰਦੇ ਮੈਂ ਸੁਣਿਆ, ਮੇਰੇ ਬਜ਼ੁਰਗ ਸਨ, ਕਹਿੰਦੇ ਬਜ਼ੁਰਗਾਂ ਦੇ ਕੋਲੋਂ ਮੈਂ ਇਹ ਕਥਾ ਸੁਣੀ ਹੈ। ਛੀਨ ਤਲਾਈ ਡੇਰਾ ਪਾਏ। ਤੇ ਜਿਵੇਂ ਮੈਂ ਸੁਣੀ ਆ ਉਹ ਇੱਥੇ ਲਿਖ ਦਿੱਤੀ ਆ ਵੀ ਕਲਗੀਧਰ ਦਾ ਜਿਹੜਾ ਬਚਨ ਸੀ ਉਹ ਪੂਰਾ ਹੋਇਆ, ਕਿਉਂਕਿ ਗੁਰਦੇਵ ਜਿਹੜਾ ਬਚਨ ਕਰਦੇ ਨੇ ਉਹ ਅਟਲ ਹੈ ਔਰ ਉਹ ਅਟਲ ਹੀ ਰਹਿੰਦਾ। ਸੂਰਜ ਚੜ੍ਹਦੇ ਵਾਲੇ ਪਾਸਿਓਂ ਉੱਗਣ ਦੀ ਬਜਾਏ ਲਹਿੰਦੇ ਵਾਲਿਓਂ ਉੱਗ ਸਕਦਾ, ਸੁਮੇਰ ਖੰਭ ਲਾ ਕੇ ਉੱਡ ਸਕਦਾ, ਸਮੁੰਦਰ ਸੁੱਕ ਸਕਦਾ ਹੈ, ਪਰ ਕਲਗੀਧਰ ਨੇ ਬਚਨ ਕੀਤਾ ਹੋਵੇ ਤੇ ਪੂਰਾ ਨਾ ਹੋਵੇ ਇਹ ਕਦੇ ਨਹੀਂ ਹੋ ਸਕਦਾ। ਸਤਿ ਸ੍ਰੀ ਅਕਾਲ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਜੋ ਅੰਮ੍ਰਿਤ ਬਚਨ ਕਹੇ, ਭਾਈ ਸਾਹਿਬ ਕਹਿੰਦੇ ਪੂਰੇ ਹੁੰਦੇ ਸਾਡੇ ਬਜ਼ੁਰਗਾਂ ਨੇ ਵੇਖੇ ਨੇ। ਜਿਨ੍ਹਾਂ ਵੇਖੇ ਨੇ ਉਹਨਾਂ ਨੇ ਮੈਨੂੰ ਦੱਸੇ ਨੇ, ਤੇ ਜਿਨ੍ਹਾਂ ਨੇ ਮੈਨੂੰ ਦੱਸੇ ਪਰਉਪਕਾਰ ਕਰਕੇ ਦੱਸੇ ਨੇ, ਤੇ ਮੈਂ ਅੱਗੇ ਖਾਲਸਾ ਜੀ ਤੁਹਾਨੂੰ ਦੱਸ ਦਿੱਤੇ ਨੇ ਲਿਖ ਕੇ। ਹਾਂਜੀ, ਛੀਨ ਤਲਾਈ ਡੇਰਾ ਪਾਏ। ਇਹਦਾ ਕਲਗੀਧਰ ਜੀ ਨੇ ਛੀਨ ਤਲਾਈ ਜਿਹੜਾ ਤਲਾਬ ਸੀ ਉਹਦੇ ਕੋਲ ਸਤਿਗੁਰਾਂ ਨੇ ਡੇਰਾ ਕੀਤਾ। ਸ਼੍ਰੀ ਪ੍ਰਭ ਬਸ ਤੈ ਰਾਤ ਬਿਤਾਏ। ਰਾਤ ਇੱਥੇ ਸਤਿਗੁਰੂ ਜੀ ਨੇ ਬਤੀਤ ਕੀਤੀ। ਪ੍ਰਾਤ ਹੋਤ ਕਰ ਸੋਚ ਇਸ਼ਨਾਨਾ। ਅਗਲਾ ਦਿਨ ਹੋਇਆ ਗੁਰਦੇਵ ਨੇ ਸੋਚ ਇਸ਼ਨਾਨ ਕੀਤਾ। ਚੜ ਕੀ ਕਾਨ ਪਰ ਕਰਿਓ ਪਿਆਨਾ। ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਸਵਾਰ ਹੋ ਕੇ ਅੱਗੇ ਨੂੰ ਵਧੇ। ਜਾਤ ਖਾਲਸੇ ਕੋ ਦਲ ਸਾਥ। ਮਹਾਰਾਜ ਜੀ ਦਾ ਖਾਲਸੇ ਦਾ ਦਲ ਸਤਿਗੁਰਾਂ ਦੇ ਨਾਲ ਨਾਲ ਜਾ ਰਿਹਾ ਹੈ। ਕੋਸ ਅਸ਼ਟ 10 ਪਹੁੰਚੇ ਨਾਥ। ਤਕਰੀਬਨ 18 ਕੋਹ ਦਾ ਪੈਂਡਾ ਸਤਿਗੁਰੂ ਜੀ ਤੈਅ ਕਰਕੇ ਗਏ। ਨਗਰ ਭਾਦਰਾ ਉਤਰੇ ਜਾਏ। ਇੱਕ ਨਗਰ ਆਇਆ, ਇਸ ਨਗਰ ਦਾ ਨਾਮ ਹੈ ਭਾਦਰਾ। ਸ਼ਰਮਤ ਬਿਹੀਰ ਪਹੁੰਚਿਓ ਆਏ। ਤੇ ਪਿੱਛੇ ਵਹੀਰ ਜਿਹੜਾ ਥੱਕਿਆ ਟੁੱਟਿਆ ਉਹ ਵੀ ਪਹੁੰਚ ਗਿਆ। ਤ੍ਰਿਣਦਾਨਾ ਗਨ ਦੀਨ ਨਿਹਾਰੀ। ਘੋੜਿਆਂ ਨੂੰ ਘਾਹ ਪੱਠਾ ਪਾਇਆ, ਨਿਹਾਰੀਆਂ ਦਿੱਤੀਆਂ। ਸ਼ਰਮ ਨਿਰਵਾਰਿਓ ਬਾਹਨ ਭਾਰੀ। ਕਿਉਂਕਿ 18 ਕੋਹ ਦਾ ਪੈਂਡਾ ਪਿੱਛੋਂ ਵੀ ਲੰਮੇ ਪੈਂਡੇ ਨਾਲ ਚੱਲਦੇ ਆਏ ਨੇ। ਘੋੜੇ ਥੱਕ ਗਏ, ਸਵਾਰ ਥੱਕ ਗਏ ਸਨ ਤੇ ਘੋੜਿਆਂ ਦਾ ਥਕੇਵਾ ਲਾਇਆ। ਲੋਕਨ ਕੋ ਕ੍ਰਿਤ ਬਹੁ ਮਿਸ਼ਟਾਨ। ਤੇ ਲੋਕਾਂ ਵਿੱਚ ਵੀ ਜਿਹੜੀ ਸੰਗਤ ਸੀ ਨਾਲ ਉਹਨਾਂ ਨੂੰ ਘਿਓ ਵੰਡਿਆ। ਪਿੱਛੋਂ ਪੈਂਡਾ ਤੈਅ ਕਰਕੇ ਆਏ ਨੇ, ਮਿੱਠਾ ਦਿੱਤਾ। ਸਤਿਗੁਰ ਦੀਨ ਸ਼ਰਮਤ ਗਨ ਜਾਨ। ਸਤਿਗੁਰੂ ਜੀ ਨੇ ਖੁੱਲੇ ਘਿਓ ਦੇ ਗੱਫੇ ਵੰਡੇ ਵੀ ਪਿੱਛੋਂ ਲੰਮਾ ਪੈਂਡਾ ਤੈਅ ਕਰਕੇ ਆਏ ਨੇ ਸੂਰਮੇ। ਨਾਲ ਮਿੱਠਾ ਦਿੱਤਾ ਵੀ ਥਕੇਵਾ ਲੱਥ ਜੇ। ਮਿੱਠੇ 'ਚ ਪਾ ਪਾ ਕੇ ਘਿਓ ਸਿੰਘਾਂ ਨੇ ਸ਼ੱਕਰ ਦੇ ਵਿੱਚ ਪਾ ਕੇ ਘਿਓ ਬਾਟੀ ਬਾਟੀ ਡੇਢ ਡੇਢ ਬਾਟੀ ਸਿੰਘ ਛਕ ਜਾਂਦੇ। ਸ਼ੇਰ ਸ਼ੇਰ ਅੱਧਾ ਅੱਧਾ ਸ਼ੇਰ ਘਿਓ ਖਾਣ ਵਾਲੇ ਸਾਰਿਆਂ ਨੂੰ ਖੁੱਲਾ ਘਿਓ ਵੰਡਿਆ। ਦੇਗ ਤਿਆਰ ਹੋਈ ਬਰਤਾਏ। ਲੰਗਰ ਤਿਆਰ ਹੋ ਗਏ, ਉਹ ਵੀ ਵਰਤਾਏ ਗਏ। ਖਾਨ ਪਾਨ ਕਰ ਸਭ ਤ੍ਰਿਪਤਾਏ। ਸਭ ਨੇ ਖਾਨ ਪਾਨ ਕੀਤਾ ਤੇ ਤ੍ਰਿਪਤ ਹੋਏ। ਸੁਪਤ ਹੋਏ ਕਰ ਸ਼ਰਮ ਨਿਰਵਾਰਾ। ਔਰ ਸੁਖ ਲੈ ਕੇ ਸਾਰਿਆਂ ਨੇ ਰਾਤ ਬਤੀਤ ਕੀਤੀ। ਭਈ ਪ੍ਰਾਤ ਪੁਨ ਕੀਨ ਸਤਿਆਰਾ। ਅਗਲਾ ਦਿਨ ਚੜਿਆ, ਸਤਿਗੁਰੂ ਜੀ ਨੇ ਤਿਆਰੀ ਕੀਤੀ। ਪਰਮ ਸਿੰਘ ਯਾਰ ਧਰਮ ਸਿੰਘ ਦੋਏ। ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਜੀ ਭਾਈ ਰੂਪਾ ਜੀ ਦੀ ਵੰਸ਼ ਵਿੱਚੋਂ, ਭਾਈ ਰੂਪ ਚੰਦ ਜੀ ਦੀ। ਇਹ ਮਹਾਰਾਜ ਜੀ ਦੇ ਨਾਲ ਨਾਲ ਹੀ ਜਾ ਰਹੇ ਹਨ। ਬਿਕ ਸੇਵਾ ਕੋ ਪ੍ਰਭ ਪ੍ਰਸੰਨ ਹੋਏ। ਇਹਨਾਂ ਦੀ ਸੇਵਾ ਵੇਖ ਕੇ ਸਤਿਗੁਰੂ ਜੀ ਨਾਲ ਤੇ ਬੜੇ ਪ੍ਰਸੰਨ ਹੋਏ। ਪਹੁੰਚੈ ਭਗਤੇ ਪੂਰਬ ਜਾਏ। ਜਦੋਂ ਸਤਿਗੁਰੂ ਜੀ ਨੇ ਚੱਲਣਾ ਹੁੰਦਾ ਸੀ ਨਾ, ਇਹ ਪਹਿਲਾਂ ਹੀ 3-4 ਘੰਟੇ ਪਹਿਲਾਂ ਪੈਦਲ ਟੁਰ ਕੇ ਅੱਗੇ ਪਹੁੰਚ ਜਾਂਦੇ ਸੀ ਜਿੱਥੇ ਸਤਿਗੁਰਾਂ ਨੇ ਉਤਾਰਾ ਕਰਨਾ ਹੋਣਾ। ਤੇ ਅੱਗੇ ਪਹੁੰਚ ਕੇ ਨਵੋ ਮੰਚ ਨਿਤ ਲੇਤ ਬਣਾਏ। ਇਹਨਾਂ ਨੇ ਰੋਜ਼ ਇੱਕ ਨਵਾਂ ਪਲੰਘਾ ਤਿਆਰ ਕਰਨਾ ਸਤਿਗੁਰਾਂ ਦੇ ਬਿਰਾਜਣ ਨੂੰ। ਨਾਲੇ ਪੈਦਲ ਜਾਣਾ, ਸਤਿਗੁਰਾਂ ਦੇ ਚੱਲਣ ਤੋਂ 5-7 ਘੰਟੇ ਪਹਿਲਾਂ ਹੀ ਟੁਰ ਪੈਣਾ। ਸਵੇਰੇ ਅੰਮ੍ਰਿਤ ਵੇਲੇ ਪੁੱਛ ਲੈਣਾ ਵੀ ਕਿੱਧਰ ਨੂੰ ਜਾਣਾ। ਤੇ ਅੱਗੇ ਪਹੁੰਚ ਕੇ ਇਹਨਾਂ ਨੇ ਪਹਿਲਾਂ ਜਿੱਥੇ ਸਤਿਗੁਰਾਂ ਦਾ ਟਿਕਾਣਾ ਜਾਂ ਵੇਖ ਕੇ ਵੀ ਉਤਰਨਗੇ ਇੱਥੇ ਨੇੜੇ ਤੇੜੇ, ਇਹਨਾਂ ਨੇ ਜਾ ਕੇ ਲੱਕੜ ਇਕੱਠੀ ਕਰਨੀ। ਔਜ਼ਾਰ ਇਹਨਾਂ ਦੇ ਕੋਲ ਹੀ ਸਨ ਆਪਣੇ, ਤੇ ਲੱਕੜ ਚੀਰ ਕੇ ਮਿੰਟਾਂ ਸਕਿੰਟਾਂ ਵਿੱਚ ਇਹਨਾਂ ਨੇ ਨਵਾਂ ਪਲੰਘਾ ਤਿਆਰ ਕਰਨਾ। ਤੇ ਰੋਜ਼ ਦੀ ਇਹ ਪ੍ਰਕਿਰਿਆ ਸੀ ਇਹਨਾਂ ਦੀ। ਰੋਜ਼ ਹੀ ਨਵਾਂ ਪਲੰਘਾ ਮਹਾਰਾਜ ਜੀ ਲਈ ਬਣਾਉਣਾ। ਸਤਿਗੁਰਾਂ ਨੇ ਆ ਕੇ ਉਸੇ ਪਲੰਘੇ ਤੇ ਬਿਰਾਜਣਾ। ਦੋਏ ਤੋ ਰੰਗ ਬਖਸ਼ੋ ਹਥਿਆਰ। ਸਤਿਗੁਰੂ ਜੀ ਨੇ ਵੇਖਿਆ ਵੀ ਇਹ ਪੈਦਲ ਜਾਂਦੇ ਆ ਅੱਗੇ। ਮਹਾਰਾਜ ਜੀ ਨੇ ਦੋਹਾਂ ਨੂੰ 2 ਘੋੜੇ ਬਖਸ਼ੇ
ਵੀ ਤੁਸੀਂ ਘੋੜਿਆਂ ਤੇ ਜਾਇਆ ਕਰੋ ਚੜ੍ਹ ਕੇ, ਵੀ ਪੈਦਲ ਜਾਂਦੇ ਹੋ ਸਾਡੇ ਨਾਲ, ਪੈਂਡਾ ਲੰਮਾ। ਫਿਰ ਮਹਾਰਾਜ ਜੀ ਨੇ ਸ਼ਸਤਰ ਦਿੱਤੇ ਆਪਣੇ ਗਾਤਰੇ ਦੇ, ਨਾ 2 ਤਲਵਾਰਾਂ ਵੀ ਇਹਨਾਂ ਨੂੰ ਦਿੱਤੀਆਂ। ਗੁਰ ਬਖਸ਼ਿਸ਼ ਲੀਨਸ ਕਰ ਧਾਰ, ਸਤਿਗੁਰਾਂ ਦੀ ਬਖਸ਼ਿਸ਼ ਇਹਨਾਂ ਨੇ ਆਪਣੇ ਸਰੀਰ ਤੇ ਧਾਰਨ ਕੀਤੀ। ਸ੍ਰੀ ਪ੍ਰਭ ਆਗੇ ਪੰਥ ਪਿਆਨੇ, ਸਤਿਗੁਰੂ ਜੀ ਜਦੋਂ ਅੱਗੇ ਚੱਲੇ ਤਿਸ ਦਿਨ ਸ਼ਰਮਤ ਸਾਥ ਕੋ ਜਾਣੇ। ਮਹਾਰਾਜ ਜੀ ਨੇ ਵੇਖਿਆ ਵੀ ਸਿੰਘ ਹਾਲੇ ਨਾਲ ਦੇ ਥਕੇਵੇਂ ਵਿੱਚ ਨੇ, ਪਹਿਲਾਂ ਵੀ ਪੈਂਡਾ ਲੰਮਾ ਤੈਅ ਕੀਤਾ। ਅਲਪ ਮਜਲ ਕਰ ਉਤਰੇ ਜਾਏ, ਮਹਾਰਾਜ 2-4 ਕੋਹ ਦਾ ਪੈਂਡਾ ਹੀ ਤੈਅ ਕੀਤਾ ਹੋਣਾ, 5 ਕੋਹ ਦਾ, ਤੇ ਥੋੜਾ ਪੈਂਡਾ ਤੈਅ ਕਰਕੇ ਸਤਿਗੁਰੂ ਜੀ ਨੇ ਉਤਾਰਾ ਕਰ ਲਿਆ। ਸਪਤ ਕੋਸ ਪਰ ਗ੍ਰਾਮ ਜੋ ਆਏ, 7 ਕੋਹ ਦਾ ਪੈਂਡਾ ਤੈਅ ਕਰਕੇ ਜਿਹੜਾ ਪਿੰਡ ਆਇਆ, ਨਾਮ ਸੁਹੇਵਾ ਤਿਸ ਕੋ ਜਾਨ। ਇਸ ਪਿੰਡ ਦਾ ਨਾਮ ਹੈ ਸੁਹੇਵਾ। ਉੱਥੇ ਅੱਜ ਕੱਲ ਸੁਹਾਵਾ ਸਾਹਿਬ ਵੀ ਕਹਿ ਦਿੰਦੇ ਆ ਉਸ ਨਗਰ ਨੂੰ। ਪਿੰਡ ਦਾ ਨਾਮ ਸੁਹੇਵਾ ਹੈ। ਉਸ ਨਗਰ ਦੇ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਆਏ। ਉਤਰਿਓ ਡੇਰਾ ਸਭ ਹੂ ਆਨ, ਇੱਥੇ ਆ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ। ਪਰਮ ਸਿੰਘ ਤਬ ਲੈ ਹਥਿਆਰ, ਇਹਨਾਂ ਨੂੰ ਪਰਮ ਸਿੰਘ ਤੇ ਧਰਮ ਸਿੰਘ ਉਹ ਵੀ ਪਿੱਛੇ ਪਿੱਛੇ ਆ ਰਹੇ ਨੇ, ਜਿਹੜੇ ਸ਼ਸਤਰ ਸਤਿਗੁਰੂ ਜੀ ਨੇ ਦਿੱਤੇ ਸਨ। ਬੰਦ ਭਲੇ ਸਿਰ ਲੀਨੇ ਧਾਰ, ਉਹ ਇਹਨਾਂ ਨੇ ਬੰਨ ਕੇ ਨਾ ਇਹਦਾ ਕੱਪੜੇ 'ਚ ਤੇ ਸਿਰ ਤੇ ਧਰੇ ਹੋਏ ਸ਼ਸਤਰ ਮਹਾਰਾਜ ਜੀ ਨੇ ਜਿਹੜੇ ਦਿੱਤੇ, ਢਾਲ ਤਲਵਾਰ, ਉਹ ਇਹਨਾਂ ਨੇ ਬੰਨ ਕੇ ਤੇ ਸਿਰ ਦੇ ਉੱਤੇ ਧਰੇ ਹੋਏ। ਘੋਰਨ ਕੋ ਮਗ ਮਹਿ ਡੁਰੇ ਆਏ, ਤੇ ਘੋੜਿਆਂ ਨੂੰ ਵੀ ਫੜ ਕੇ ਪੈਦਲ ਹੀ ਟੁਰੇ ਆਉਣ, ਚੜ ਕੇ ਨਹੀਂ ਆਏ ਘੋੜਿਆਂ ਤੇ, ਪੈਦਲ ਹੀ ਟੁਰੇ ਆਉਣ ਪਿੱਛੇ ਪਿੱਛੇ। ਸਤਿਗੁਰੂ ਜੀ ਪਹਿਲਾਂ ਪਹੁੰਚ ਗਏ ਸਨ ਇਹਨਾਂ ਤੋਂ, ਇਹ ਪਿੱਛੇ ਪਿੱਛੇ ਆ ਰਹੇ ਹਨ। ਨਹਿ ਚੜਬੇ ਕਹੋ ਚਿਤ ਲਲਚਾਏ, ਇਹਨਾਂ ਦਾ ਮਨ ਹੀ ਨਹੀਂ ਕੀਤਾ ਘੋੜਿਆਂ ਤੇ ਚੜਨ ਵਾਸਤੇ। ਗੁਰ ਬਖਸ਼ਿਸ਼ ਉਤਮ ਬਹੁ ਜਾਨੀ, ਇਹਨਾਂ ਆਖਿਆ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਅਸੀਂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਉੱਤੇ ਚੜੀਏ, ਗੱਲ ਨਹੀਂ ਬਣਦੀ। ਭਾਵਨਾ ਵੇਖੋ ਵੀ ਜਿਹੜੀ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ, ਇਹਨਾਂ ਦੀ ਤਾਂ ਪੂਜਾ ਕਰਨੀ ਚਾਹੀਦੀ ਹੈ ਸਾਨੂੰ, ਇਹਨਾਂ ਦਾ ਤਾਂ ਸਤਿਕਾਰ ਕਰਨਾ ਚਾਹੀਦਾ, ਅਸੀਂ ਉੱਤੇ ਥੋੜੀ ਚੜਾਂਗੇ ਇਹਨਾਂ ਦੇ। ਇਹ ਭਾਵਨਾ ਰੱਖ ਕੇ ਵੇਖੋ, ਭਾਵਨਾ ਖਾਲਸਾ ਜੀ ਬਹੁ ਰੰਗੀ ਹੁੰਦੀ ਹੈ। ਹਰ ਇੱਕ ਦੀ ਭਾਵਨਾ ਇੱਕ ਜੀ ਨਹੀਂ ਹੁੰਦੀ, ਸਭ ਦੀਆਂ ਭਾਵਨਾਵਾਂ ਵੱਖੋ ਵੱਖਰੇ ਤਰੀਕੇ ਦੀਆਂ ਬਣੀਆਂ ਹੁੰਦੀਆਂ। ਇੱਕ ਦੀ ਭਾਵਨਾ ਕਿਸੇ ਦੂਜੇ ਤੇ ਥੋਪਣੀ ਵੀ ਨਹੀਂ ਚਾਹੀਦੀ। ਤੇ ਗੁਰੂ ਸਾਹਿਬ ਨੂੰ ਭਾਵਨਾ ਪਸੰਦ ਵੀ ਹੈ। ਭਾਵਨਾ ਤੋਂ ਬਿਨਾਂ ਭਗਤੀ ਹੋ ਨਹੀਂ ਸਕਦੀ, ਤੋਂ ਭਾਵਨਾ ਤੋਂ ਬਿਨਾਂ ਗੱਲ ਵੀ ਨਹੀਂ ਬਣਦੀ। ਹੁਣ ਇਹਨਾਂ ਦੀ ਭਾਵਨਾ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ, ਉੱਤੇ ਨਹੀਂ ਚੜਨਾ, ਪੈਦਲ ਹੀ ਟੁਰੇ ਆਉਣ। ਰਾਖ ਅਦਾਇਬ ਕੋ ਬਹੁ ਮਾਨੀ, ਬੜਾ ਅਦਾਇਬ ਕਰਕੇ ਜਿਹੜੇ ਸ਼ਸਤਰ ਉਹ ਵੀ ਸਿਰ ਤੇ ਧਰੇ ਹੋਏ, ਵੀ ਗਾਤਰੇ ਨਹੀਂ ਪਾਉਣੇ, ਮਹਾਰਾਜ ਜੀ ਨੇ ਬਖਸ਼ੇ ਨੇ। ਉਹ ਸਿਰ ਤੇ ਸਤਕਾਰ ਨਾਲ ਧਰੇ ਹੋਏ ਤੇ ਟੁਰੇ ਆਉਂਦੇ ਨੇ। ਸਿੱਖਣ ਪ੍ਰਭ ਸੋ ਜਾਏ ਬਤਾਏ, ਸਿੱਖਾਂ ਨੇ ਜਾ ਕੇ ਕਲਗੀਧਰ ਜੀ ਨੂੰ ਦੱਸਿਆ। ਹੈ ਨਚੜੇ ਨਹਿ ਪਗ ਸੋ ਆਏ, ਮਹਾਰਾਜ ਪਰਮ ਸਿੰਘ ਧਰਮ ਸਿੰਘ ਹੋਣੀ ਘੋੜਿਆਂ ਤੇ ਨਹੀਂ ਆਏ ਚੜ ਕੇ, ਉਹ ਤਾਂ ਪੈਦਲ ਟੁਰੇ ਆਉਂਦੇ ਨੇ। ਸ਼ਸਤਰ ਸਕਲ ਸਿਰ ਪਰ ਧਰ ਆਨੇ, ਔਰ ਮਹਾਰਾਜ ਜਿਹੜੇ ਤੁਸੀਂ ਸ਼ਸਤਰ ਬਖਸ਼ੇ ਨੇ, ਉਹ ਸ਼ਸਤਰ ਵੀ ਉਹਨਾਂ ਨੇ ਆਪਣੇ ਸਿਰ ਤੇ ਧਰੇ ਹੋਏ ਨੇ ਬੜੇ ਸਤਿਕਾਰ ਨਾਲ, ਤੇ ਸਿਰ ਤੇ ਧਰ ਕੇ ਟੁਰੇ ਆਉਂਦੇ ਨੇ। ਉਲਟੋ ਖੇਦ ਚਲਨ ਮੋ ਜਾਣੇ, ਮਹਾਰਾਜ ਤੁਸੀਂ ਤਾਂ ਉਹਨਾਂ ਦੇ ਸੁੱਖ ਵਾਸਤੇ ਦਿੱਤੇ ਸੀ ਘੋੜੇ ਤੇ ਸ਼ਸਤਰ, ਉਹ ਤਾਂ ਵਿਚਾਰੇ ਉਲਟਾ ਦੁਖੀ ਹੋ ਕੇ ਆਉਂਦੇ ਆ, ਵੀ ਸਿਰ ਤੇ ਵਜਨ ਚੁੱਕਿਆ, ਨਾਲ ਘੋੜਿਆਂ ਨੂੰ ਟੋਰੀ ਆਉਂਦੇ ਆ ਪੈਦਲ। ਕਿੱਥੇ ਆਪ ਕੱਲਿਆਂ ਟੁਰ ਕੇ ਆਉਣਾ ਸੌਖਾ ਹੁੰਦਾ, ਕਿੱਥੇ ਨਾਲ ਘੋੜੇ ਟੋਰ ਕੇ ਲਿਆਉਣੇ, ਨਾਲੇ ਸਿਰ ਦੇ ਉੱਤੇ ਮਹਾਰਾਜ ਸ਼ਸਤਰਾਂ ਦਾ ਵਜਨ ਚੁੱਕਿਆ। ਉਹ ਤਾਂ ਉਲਟੇ ਵਿਚਾਰੇ ਹੋਰ ਦੁਖੀ ਹੋ ਕੇ ਆ ਰਹੇ ਨੇ। ਸੁਨ ਸਤਿਗੁਰ ਨਿਜ ਨਿਕਟ ਹਕਾਰੇ, ਸੁਣ ਕੇ ਸਤਿਗੁਰੂ ਕਲਗੀਧਰ ਜੀ ਨੇ ਦੋਨਾਂ ਨੂੰ ਆਪਣੇ ਕੋਲ ਬੁਲਾਇਆ। ਬੂਝਿਓ ਇਹ ਕਿਆ ਕੀ ਨਸਕਾਰੇ, ਸੱਦ ਕੇ ਦੋਨਾਂ ਨੂੰ ਪੁੱਛਦੇ ਆ, ਧਰਮ ਸਿੰਘ ਪਰਮ ਸਿੰਘ ਜੀ ਆਹ ਕੀ ਕੰਮ ਕੀਤਾ ਤੁਸਾਂ? ਹੈ ਨਾ ਚੜੇ ਨੈ ਸ਼ਸਤਰ ਤੁਸੀਂ ਸਜਾਏ, ਨਾ ਘੋੜੇ ਤੇ ਚੜੇ ਹੋ ਤੇ ਨਾ ਸ਼ਸਤਰ ਸਜਾਏ ਨੇ ਗਾਤਰੇ। ਸਿਰ ਧਰ ਕਰ ਮਹਿ ਗਹਿ ਕਰ ਲਿਆਏ, ਘੋੜਿਆਂ ਦੀਆਂ ਵਾਗਾਂ ਫੜ ਕੇ ਲੈ ਕੇ ਆ ਰਹੇ ਹੋ ਤੇ ਸ਼ਸਤਰ ਸਿਰ ਤੇ ਰੱਖ ਕੇ ਲੈ ਕੇ ਆ ਰਹੇ ਹੋ। ਖੇਦ ਚਲਨ ਕੋ ਜਾਨ ਸੋ ਦੀਨੇ, ਅਸੀਂ ਤਾਂ ਤੁਹਾਨੂੰ ਤਾਂ ਦਿੱਤੇ ਸੀ ਘੋੜੇ ਵੀ, ਚਲੋ ਪੈਦਲ ਚੱਲ ਕੇ ਆਉਂਦੇ ਹੋ, ਸਵਾਰ ਹੋ ਕੇ ਸੌਖੇ ਢੰਗ ਨਾਲ ਆ ਜਾਓਗੇ। ਸੋ ਤੁਮ ਨਹੀਂ ਨਿਵਾਰਨ ਕੀਨੇ, ਤੁਸੀਂ ਸਗੋਂ ਸੁੱਖ ਲਿਆ ਹੀ ਨਹੀਂ, ਉਹਨੂੰ ਨਿਵਾਰ ਦਿੱਤਾ, ਛੱਡ ਦਿੱਤਾ, ਘੋੜਿਆਂ ਤੇ ਚੜ ਕੇ ਨਹੀਂ ਆਏ। ਇਹ ਕਾਰਨ ਕਿਆ ਦੇਹੋ ਬਤਾਈ, ਇਹਦਾ ਕੀ ਕਾਰਨ ਆ ਭਲਾ ਸਾਨੂੰ ਦੱਸੋ। ਹੱਥ ਜੋੜ ਤਿਨ ਦੋਹਨ ਸੁਨਾਈ, ਦੋਨਾਂ ਭਰਾਵਾਂ ਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਰਾਵਰ ਕੀ ਬਖਸ਼ਿਸ਼ ਕੋ ਅਦਬ, ਮਹਾਰਾਜ ਤੁਹਾਡੀ ਬਖਸ਼ਿਸ਼ ਦਾ ਅਦਬ ਰੱਖ ਕੇ ਆ ਰਹੇ ਆ, ਜਿਹੜੀ ਬਖਸ਼ਿਸ਼ ਤੁਸੀਂ ਕੀਤੀ ਹੈ।
ਉਹਦਾ ਇਹ ਅਦਬ ਰੱਖ ਕੇ ਅਸੀਂ ਆ ਰਹੇ ਹਾਂ। ਜੇ ਨ ਕਰੈ ਹਮਕੋ ਬੜ ਗਜ਼ਬ, ਜੇ ਤੁਹਾਡੀ ਬਖਸ਼ਿਸ਼ ਦਾ ਅਸੀਂ ਅਦਬ ਨਾ ਰੱਖਾਂਗੇ ਤਾਂ ਮਹਾਰਾਜ ਸਾਡੇ ਤੇ ਗਜਬ ਗੁਜ਼ਰ ਜਾਏਗਾ, ਗਜਬ ਹੋ ਜਾਏਗਾ ਸਾਡੇ ਤੇ ਮਹਾਰਾਜ, ਜੇ ਤੁਹਾਡੀ ਬਖਸ਼ਿਸ਼ ਦਾ ਅਦਬ ਨਾ ਰੱਖਿਆ। ਪੂਜਨੀय ਹਮ ਤਿਨ ਕੋ ਜਾਣੇ, ਮਹਾਰਾਜ ਤੁਹਾਡੀਆਂ ਬਖਸ਼ਿਸ਼ਾਂ ਨੂੰ ਅਸੀਂ ਪੂਜਨੀਏ ਜਾਣਿਆ, ਆਪਣੇ ਲਈ ਸਤਿਕਾਰਯੋਗ ਜਾਣਿਆ। ਮਸਤਕ ਟੇਕੈ ਤੁਮ ਸਮ ਮਾਨੇ, ਔਰ ਤੁਹਾਡੇ ਚਰਨਾਂ 'ਚ ਮੱਥਾ ਟੇਕ ਕੇ ਤੁਹਾਡੇ ਸਮਾਨ ਕਰਕੇ ਇਹਨਾਂ ਨੂੰ ਜਾਣਿਆ। ਸੁਨ ਪ੍ਰਸੰਨ ਹੋਏ ਗੁਰੂ ਉਚਾਰਾ, ਮਹਾਰਾਜ ਜੀ ਬੜੇ ਖੁਸ਼ ਹੋਏ, ਸਤਿਗੁਰੂ ਤਾਂ ਭਾਵਨਾ ਵੇਖਦੇ ਐ, ਪ੍ਰੇਮ ਵੇਖਿਆ ਇਹਨਾਂ ਦਾ। ਮਹਾਰਾਜ ਗੁਰੂ ਕਲਗੀਧਰ ਜੀ ਪ੍ਰਸੰਨ ਹੋ ਕੇ ਬਚਨ ਉਚਾਰੇ। ਤੁਮਰੀ ਜਿਹਵਾ ਹੀ ਖਗ ਧਾਰਾ, ਆਖਿਆ ਧਰਮ ਸਿੰਘ ਪਰਮ ਸਿੰਘ ਤੁਹਾਨੂੰ ਇਹ ਤਲਵਾਰ ਗਾਤਰੇ ਪਾਣ ਦੀ ਲੋੜ ਨਹੀਂ, ਜਾਓ ਅਸੀਂ ਬਚਨ ਕਰਦੇ ਆ ਤੁਹਾਡੀ ਰਸਨਾ ਹੀ ਤਲਵਾਰ ਦਾ ਕੰਮ ਕਰੇਗੀ। ਤੁਹਾਡੀ ਜਿਹੜੀ ਰਸਨਾ ਉਹ ਹੀ ਤਿੱਖੀ ਧਾਰ ਤਲਵਾਰ ਕੰਮ ਕਰੇਗੀ, ਤਲਵਾਰ ਜੈਸਾ ਕਰਮ ਕਰੇਗੀ। ਜੇਠਾਨਿਕ ਸਹਿਬਾਕ ਤੁਹਾਰਾ, ਕਿਵੇਂ? ਜਿਹੜੀ ਥਾਂ ਤੇ ਜਿਹੜਾ ਵੀ ਬਚਨ ਤੁਹਾਡੀ ਰਸਨਾ ਤੋਂ ਹੋਵੇਗਾ, ਆਯੁਧ ਤੇ ਤੂਰਨ ਕਰ ਪਾਰਾ, ਸ਼ਸਤਰ ਤੋਂ ਪਹਿਲਾਂ ਉਹ ਬਚਨ ਪੂਰਾ ਪਾਰ ਜਾ ਕੇ ਉਤਰੇਗਾ, ਸ਼ਸਤਰ ਹਾਲੇ ਬਾਅਦ ਚ ਪਹੁੰਚੇਗਾ, ਪਰ ਤੁਹਾਡਾ ਬਚਨ ਪਹਿਲਾਂ ਪੂਰਾ ਹੋ ਜਾਏਗਾ। ਇਹ ਵਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਇਮ ਬਰਤੇ ਕਰ ਯੁਤ ਸਨਮਾਨਾ, ਇਹ ਵਰ ਦੇ ਕੇ ਮਹਾਰਾਜ ਜੀ ਨੇ ਦੋਨਾਂ ਦਾ ਸਨਮਾਨ ਕੀਤਾ। ਨਿਕਟ ਬਿਠਾਏ ਕਿਰਪਾ ਨਿਧਾਨਾ, ਔਰ ਇਹਨਾਂ ਦੋਨਾਂ ਨੂੰ ਕਿਰਪਾ ਨਿਧਾਨ ਸਤਿਗੁਰੂ ਜੀ ਨੇ ਆਪਣੇ ਲਾਗੇ ਬਿਠਾਇਆ। ਤਹਾਂ ਜੰਡ ਇੱਕ ਸਨਮੁਖ ਖਰਿਓ, ਮਹਾਰਾਜ ਜੀ ਜਿੱਥੇ ਬੈਠੇ ਸਨ ਉੱਥੇ ਇੱਕ ਜੰਡ ਖੜਾ ਸੀ। ਇਸ ਮੈਂ ਚੱਲ ਦਲ ਇੱਕ ਲੱਗ ਪਰਿਓ, ਉਹਦੇ ਵਿੱਚ ਇੱਕ ਪਿੱਪਲ ਦਾ ਦਰਖਤ ਉੱਗਿਆ ਹੋਇਆ। ਦਾਸ ਨੇ ਦਰਸ਼ਨ ਕੀਤੇ ਹਨ ਉਸ ਦਰਖਤ ਦੇ ਵੀ। ਸੁਹਾਵਾ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ, ਲਾਗੇ ਦਰਬਾਰ ਹੈ, ਥੱਲੇ ਨਿਵਾਣ ਤੇ ਜਾ ਕੇ ਉਹ ਦਰਖਤ ਅੱਜ ਵੀ ਆ, ਬੜੇ ਵਿਸਥਾਰ ਵਾਲਾ। ਹੁਣ ਤਾਂ ਪਿੱਪਲ ਹੀ ਆ, ਉਹ ਜੰਡ ਨਹੀਂ ਰਿਹਾ ਉੱਥੇ। ਜਦੋਂ ਸਤਿਗੁਰੂ ਜੀ ਸਨ ਇੱਥੇ ਆਏ ਉਦੋਂ ਜੰਡ ਸੀ, ਤੇ ਜੰਡ ਦੇ ਵਿੱਚ ਨਿੱਕੀ ਜੀ ਜਿਵੇਂ ਇੱਕ ਕਰੁੰਬਲ ਜੀ ਹੁੰਦੀ ਹੈ ਨਾ ਪਿੱਪਲ ਦੀ, ਉਹ ਨਿਕਲੀ। ਅਵਲੋਕਤ ਪ੍ਰਭ ਬਾਕ ਬਖਾਨਾ, ਉਹ ਵੇਖ ਕੇ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤਾ। ਇਹ ਜਬ ਚੱਲ ਦਲ ਵਧੈ ਮਹਾਨਾ, ਮਹਾਰਾਜ ਕਹਿੰਦੇ ਸਿੰਘੋ ਆ ਜਿਹੜਾ ਪਿੱਪਲ ਦਾ ਦਰਖਤ ਹੈ ਨਾ, ਇਹ ਜਦੋਂ ਵਧੇਗਾ, ਜਦੋਂ ਵਿਸ਼ਾਲ ਹੋਵੇਗਾ, ਤਰੈ ਜੰਡ ਕੋ ਲੈ ਦਬਾਈ, ਇਸ ਜੰਡ ਨੂੰ ਆਪਣੇ ਥੱਲੇ ਹੀ ਦਬਾ ਲਵੇਗਾ, ਆਪਣੇ ਵਿੱਚ ਹੀ ਜਜ਼ਬ ਕਰ ਲਵੇਗਾ। ਸਭ ਦਿਸ਼ ਤੇ ਉਪਰ ਲੈ ਛਾਈ, ਇਹ ਸਾਰੇ ਪਾਸਿਓਂ ਪਿੱਪਲ ਹੀ ਪਿੱਪਲ ਰਹਿ ਜਾਏਗਾ, ਜੰਡ ਵਿੱਚ ਹੀ ਸਮਾਪਤ ਹੋ ਜਾਏਗਾ। ਤਬੈ ਖਾਲਸਾ ਵਧੈ ਹਮਾਰਾ, ਮਹਾਰਾਜ ਜੀ ਕਹਿੰਦੇ ਉਦੋਂ ਸਾਡਾ ਖਾਲਸਾ ਵਧੇਗਾ, ਬਲੀ ਹੋਵੇਗਾ। ਹਾਂਜੀ, ਗੁਡਲੀ ਚਲੈ ਤੁਰਕ ਕੋ ਮਾਰਾ, ਮਹਾਰਾਜ ਜੀ ਕਹਿੰਦੇ ਹਾਲੇ ਤਾਂ ਸਾਡਾ ਖਾਲਸਾ ਰਿੜਦਾ, ਗੁਡਲੀ ਚਲਾ, ਯਾਨੀ ਕਿ ਗੋਡਿਆਂ ਨਾਲ ਹਾਲੇ ਰਿੜਦਾ, ਛੋਟਾ ਬੱਚਾ। ਤੇ ਕਹਿੰਦੇ ਫਿਰ ਆਉਣ ਵਾਲੇ ਸਮੇਂ ਜਦੋਂ ਇਹ ਪਿੱਪਲ ਦਾ ਦਰਖਤ ਪੂਰਾ ਹੋ ਜਾਏਗਾ ਨਾ ਵਿਸਥਾਰ, ਉਦੋਂ ਸਾਡਾ ਖਾਲਸਾ ਵੱਧ ਜਾਏਗਾ ਔਰ ਸਾਰਿਆਂ ਤੁਰਕਾਂ ਮਲੇਛਾਂ ਨੂੰ ਮਾਰ ਕੇ ਉਹਨਾਂ ਦਾ ਰਾਜ ਸਮਾਪਤ ਕਰ ਦੇਵੇਗਾ। ਗੁਰਦੇਵ ਨੇ ਜਿਹੜੇ ਬਚਨ ਕੀਤੇ ਪੂਰਨ ਹੋਏ। ਜਦੋਂ ਪਿੱਪਲ ਦਾ ਦਰਖਤ ਪੂਰਨ ਤੌਰ ਤੇ ਛਾ ਗਿਆ, ਉਦੋਂ ਖਾਲਸੇ ਦਾ ਪੰਜਾਬ ਦੀ ਧਰਤੀ ਤੇ ਰਾਜ ਕਾਇਮ ਹੋ ਗਿਆ। ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਕਾਇਮ ਹੋ ਗਿਆ। ਹੁਣ ਤਾਂ ਉਹ ਜੰਡ ਤਕਰੀਬਨ ਬਿਲਕੁਲ ਹੀ ਸਮਾਪਤ ਹੈ। ਸੁਨਤ ਖਾਲਸੇ ਟੇਕਿਓ ਮਾਥਾ, ਸੁਣ ਕੇ ਸਤਿਗੁਰੂ ਜੀ ਦੇ ਬਚਨ ਸਾਰੇ ਖਾਲਸੇ ਨੇ ਗੁਰਦੇਵ ਨੂੰ ਮੱਥਾ ਟੇਕਿਆ। ਧੰਨ ਧੰਨ ਤੁਮ ਸ਼੍ਰੀ ਗੁਰਨਾਥਾ, ਕਹਿਣ ਲੱਗੇ ਧੰਨ ਹੋ ਜਗਤਨਾਥ ਸਤਿਗੁਰੂ ਜੀ, ਤੁਸੀਂ ਧੰਨ ਹੋ, ਧੰਨ ਹੋ। ਗਰੀਬ ਨਵਾਜ ਸਾਹਿਬ ਜੀ ਸੁਹਾਵਾ ਸਾਹਿਬ ਆਪਣੇ ਚਰਨ ਪਾਏ ਨੇ, ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ। ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਸਰਬ ਮੈਂ ਏ ਸੰਗੀ ਹੈ ਨਿਰੰਕਾਰ हे गोविंद हे गुण निधान है सदा विवेक हे अपरंपर हर हरे पी होवन हार हे संत कै सदा संग निधारा आधार ठाकुर होंदा सरो मैं निर्गुण गुण नहीं कोय नानक दीजा नाम दान राखो हिय परो आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार ओ शरदा कर सेव दे गुर पार उतारन हार वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु जी का खालसा वाहिगुरु जी की फतेह।